ਜੇ ਮੈਂ ਭੁੱਖਾ ਮਰਦਾ ਇਸ ਦੇਸ਼ ਦੇ ਵਿੱਚ ਮੈਨੂੰ ਫ੍ਰੀ ਰਾਸ਼ਨ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ। ਇਹ ਮੇਰਾ ਰਾਈਟ ਹੈ ਫੰਡਾਮੈਂਟਲ। ਇਹ ਖੈਰਾਤ ਨਹੀਂ ਹੈ ਜਿਹਨੂੰ ਖੈਰਾਤ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ। ਔਰ ਜੇ ਮੇਰੇ ਘਰ ਬਿਜਲੀ ਦਾ ਮੀਟਰ ਨਹੀਂ ਲੱਗਿਆ ਤੇ ਮੇਰੇ ਕੋਲ ਲਾਈਟ ਨਹੀਂ ਹੈ, ਮੇਰੇ ਕੋਲ ਪੈਸਾ ਨਹੀਂ ਹੈ, ਇਹ ਤੁਹਾਡੀ ਅਣਗਹਿਲੀ ਹੈ ਕਿ ਮੈਨੂੰ ਰੁਜ਼ਗਾਰ ਨਹੀਂ ਦੇ ਰਹੇ ਤੁਸੀਂ। ਇਸ ਲਈ ਰਾਈਟ ਦੇ ਤੌਰ ਤੇ ਜਾਂ ਤਾਂ ਫੰਡਾਮੈਂਟਲ ਏਮ ਰੁਜ਼ਗਾਰ ਦਿਓ, ਤੇ ਜੇ ਨਹੀਂ ਰੁਜ਼ਗਾਰ ਦੇ ਸਕਦੇ ਤਾਂ ਬੇਰੁਜ਼ਗਾਰੀ ਭੱਤਾ ਜ਼ਿੰਦਗੀ ਜਿਉਣ ਜੋਗਾ ਦਿਓ, ਫਿਰ ਸਾਰੀ ਫ੍ਰੀ ਖਤਮ ਕਰ ਦਿਓ। ਕਿ ਅਸੀਂ ਹਰ ਸੁਵਿਧਾ ਅਮੀਰ ਨੂੰ ਵੀ ਦੇਣਾ ਚਾਹੁੰਦੇ ਹਾਂ। ਮੰਨ ਲਓ ਫ੍ਰੀ ਬਿਜਲੀ ਕਿਸਾਨੀ ਦੀ ਹੈ, ਬਾਦਲ ਵੀ ਲੈ ਰਹੇ ਆ, ਅਮਰਿੰਦਰ ਵੀ ਲੈ ਰਹੇ ਆ, ਸਾਰੇ ਲੋਕ ਲੈ ਰਹੇ ਨੇ। ਤੁਸੀਂ ਕਿਉਂ ਭਾਈ? ਤੁਹਾਡੇ ਤਾਂ ਹੋਰ ਵੀ ਕਿੱਤੇ ਬਹੁਤ ਨੇ। ਜਿਹੜਿਆਂ ਦੇ ਹੋਰ ਕਿੱਤੇ ਹੈਗੇ ਨੇ ਉਹਨਾਂ ਤੋਂ ਬਿੱਲ ਕਿਉਂ ਨਹੀਂ ਵਸੂਲਦੇ ਤੁਸੀਂ? ਉਹਨਾਂ ਤੋਂ ਬਿੱਲ ਵਸੂਲ ਲਓ। ਤੇ ਇਸੇ ਤਰ੍ਹਾਂ ਹੁਣ ਕਹਿਤਾ ਜੀ ਮੈਂ 300 ਯੂਨਿਟ, ਮੈਂ 400 ਯੂਨਿਟ ਹਰ ਇੱਕ ਨੂੰ ਫ੍ਰੀ ਦਊਂਗਾ। ਤੂੰ ਵੱਡੇ ਨੂੰ ਵੀ ਦੇਂਗਾ, ਛੋਟੇ ਨੂੰ ਵੀ ਦੇਂਗਾ, ਕਿਉਂ ਦੇਂਗਾ? ਕਿ ਜਿਹੜਾ ਜਿੰਨਾ ਅਮੀਰ ਹੈ ਉਹਨੂੰ ਜ਼ਿਆਦਾ ਛੂਟ ਉਨੀ ਹੈ। ਇਹ ਕਿਉਂ ਹੈ? ਇਹ ਤੰਤਰ ਕਿਉਂ? ਇਹਨੂੰ ਬੰਦ ਕਰੋ। ਬੁਢਾਪਾ ਪੈਨਸ਼ਨ 1500 ਕਰਤੀ, ਵਿਧਵਾ ਪੈਨਸ਼ਨ 1500 ਕਰਤੀ। ਤੇ ਪਿਛਲੇ ਜਦੋਂ ਤੋਂ ਸਰਕਾਰ ਬਣੀ ਉਹਦੇ 7 ਮਹੀਨਿਆਂ ਦੀ ਦਿੱਤੀ ਨਹੀਂ, ਖਾਏ ਗਈ। ਉਹੀ ਜੋੜ ਕੇ ਦੇ ਦੋਗੇ 1500 ਐਤਕੀ ਚੋਣਾਂ ਤੱਕ, ਜਾਂ ਕੋਈ ਉਹ ਵੀ ਦਿਓਗੇ ਜਿਹੜੀ ਉਦੋਂ ਦੀ ਪਹਿਲਾਂ ਰਹਿੰਦੀ? ਸਾਡੀਆਂ ਪਾਰਟੀਆਂ ਕੀ ਐਲਾਨ ਕਰ ਰਹੀਆਂ ਨੇ? ਸੁਖਬੀਰ ਬਾਦਲ ਨੇ ਕੀਤਾ ਕਿ ਮੈਂ 10 ਲੱਖ ਰੁਪਈਆ ਬਿਨਾਂ ਵਿਆਜ ਲੋਨ ਦਊਂਗਾ ਜਿਹੜਾ ਬੱਚਾ ਬਾਹਰ ਜਾਣਾ ਚਾਹੁੰਦਾ, ਆਈਲੈਟਸ ਦੀ ਕਰਨਾ ਚਾਹੁੰਦਾ। ਇਹ ਤੋਂ ਪਹਿਲਾਂ ਅਮਰਿੰਦਰ ਸਿੰਘ ਨੇ ਕੀਤਾ ਸੀ ਕਿ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਆਈਲੈਟਸ ਫ੍ਰੀ ਕਰਾ ਦਾਂਗੇ। ਮਤਲਬ ਤੁਸੀਂ ਕੀ ਕਹਿ ਰਹੇ ਹੋ ਆਪਦੇ ਨੌਜਵਾਨਾਂ ਨੂੰ? ਇਹ ਹਾਸੋ ਇਹਨਾਂ ਨੇ, ਇਹ ਪੰਜਾਬ ਦੇ ਲੋਕਾਂ ਨੂੰ ਸ਼ਰਮ ਨਹੀਂ ਆਊਗੀ ਇਹ ਸੁਣ ਕੇ ਕਿ ਅਸੀਂ ਇਹ ਕਹਿ ਰਹੇ ਹਾਂ ਵੀ ਭਾਈ ਸਾਹਿਬ ਇੱਥੋਂ ਉੱਜੜ ਜਾਓ, ਤੁਹਾਨੂੰ ਇਹ ਉੱਜੜਨ 'ਚ ਮਦਦ ਕਰ ਦਿੰਦੇ ਆ, ਪਰ ਸਾਡੇ ਕੋਲ ਤੁਹਾਡੇ ਵਾਸਤੇ ਕੋਈ ਸਕੀਮ ਨਹੀਂ, ਸਾਡੇ ਕੋਲ ਕੋਈ ਰੁਜ਼ਗਾਰ ਨਹੀਂ, ਸਾਡੇ ਕੋਲ ਤੁਹਾਡੇ ਲਈ ਕੁਝ ਨਹੀਂ ਹੈ। ਸਾਨੂੰ ਤਾਂ ਕੇਵਲ ਇੱਕ ਵਾਰ ਵੋਟ ਦੇ ਦਿਓ, ਜਿਹੜਾ ਮਾੜਾ ਮੋਟਾ ਵਸੀਲੇ ਹੋਣਗੇ, ਚਾਹੇ ਉਹ ਰੇਤ ਦੀਆਂ ਖਾਣਾਂ 'ਚੋਂ ਹੈ ਉਹ ਅਸੀਂ ਲੁੱਟ ਲਈਏ, ਚਾਹੇ ਉਹ ਕਿਸੇ ਬਿਜਲੀ ਸਮਝੌਤਿਆਂ ਦੇ ਵਿੱਚੋਂ ਹੈ ਉਹਦੇ 'ਚੋਂ ਵੀ ਅਸੀਂ ਕਾਰਪੋਰੇਟਰ ਨਾਲੋਂ ਹਿੱਸਾ ਵਟਾ ਲਈਏ। ਅੱਜ ਅਸੀਂ ਸੁਪਨਾ ਕੀ ਲੈ ਰਹੇ ਹਾਂ ਕਿ ਉਹ ਕੁਰਸੀ ਹੈ, ਉਹਦੇ ਤੱਕ ਕਿਵੇਂ ਪਹੁੰਚਣਾ। ਲੋਕ ਮਰਦੇ ਨੇ, ਲੋਕ ਜੋ ਮਰਜ਼ੀ ਕਰਦੇ ਨੇ, ਮੇਰਾ ਕੋਈ ਇਲਾਕਾ ਦੇਗਾ ਨਹੀਂ ਹੈ। ਉਦੋਂ ਵੀ 31 ਮਾਰਚ 2017 ਸੀ ਜਦੋਂ ਦਾ ਇਹਨਾਂ ਨੇ ਟਾਰਗੇਟ ਮਿੱਥਿਆ ਜਦੋਂ ਮਾਫ ਕਰਨਾ ਸੀ, ਉਦੋਂ ਵੀ 73,770 ਕਰੋੜ ਰੁਪਏ ਕਰਜ਼ਾ ਸੀ ਕਿਸਾਨੀ ਦਾ, ਤੇ ਤੁਸੀਂ 4600 ਕਰੋੜ ਮਾਫ ਕਰਕੇ ਕਹਿੰਦੇ ਅਸੀਂ ਤਾਂ ਬਹੁਤ ਬੜਾ ਕੰਮ ਕਰਤਾ। ਬਲਕਿ ਉਹ ਕਈਆਂ ਦਾ ਭੱਠਾ ਬਿਠਾਤਾ, ਬਿਲਕੁਲ ਉਹ ਡਿਫਾਲਟਰ ਹੋ ਗਏ, ਕਿਉਂਕਿ ਉਹਨੇ ਇਸ ਉਮੀਦ 'ਚ ਕਰਜ਼ਾ ਨਹੀਂ ਭਰਿਆ ਵੀ ਚਲੋ ਕੋਈ ਨਹੀਂ ਮਾਫ ਹੋ ਹੀ ਜਾਣਾ, ਤੇ ਉਹਨੂੰ ਨਾ ਹੁਣ ਬੈਂਕ ਲੋਨ ਦਿੰਦੀ ਹੈ ਤੇ ਨਾ ਉਹ ਆਪਦੇ ਕਿਸੇ ਜੋਗਾ। ਇਹੀ ਹਾਲ ਤੁਸੀਂ ਆਪਣੀ ਸਟੇਟ ਨਾਲ ਕਰ ਰਹੇ। ਜੋ ਮੁਫਤ ਵੰਡਿਆ ਜਾ ਰਿਹਾ ਕਿ ਸਿਆਸੀ ਪਾਰਟੀਆਂ ਇਸ ਉੱਪਰ ਦਾਅਵਾ ਕਰਦੀਆਂ ਨੇ ਵੀ ਅਸੀਂ ਪੰਜਾਬ ਦੇ ਸਿਰੋਂ ਜੋ ਚੜ੍ਹਦਿਆ ਕਰਜ਼ਾ ਉਹ ਵੀ ਉਤਾਰਾਂਗੇ। 20,000 ਕਰੋੜ ਰੁਪਏ ਦੇ ਲਗਭਗ ਕਰਜ਼ੇ ਦੇ ਵਿਆਜ ਦੀ ਕਿਸ਼ਤ ਜਾਂਦੀ ਹੈ। ਪੰਜਾਬ ਗੌਰਮੈਂਟ ਦੀ ਲਿਮਟ ਖਤਮ ਹੋ ਚੁੱਕੀ ਸੀ, ਕਰਜ਼ਾ ਹੀ ਨਹੀਂ ਸੀ ਲੈ ਸਕਦੀ। ਤੇ ਕਰਜ਼ੇ ਦੀ ਲਿਮਟ ਫਿਰ ਕਿਵੇਂ ਬਣਾਈ? ਕੇਂਦਰ ਕੋਲ ਹੱਥ ਜੋੜਦੇ ਸੀ, ਉਹ ਕਹਿੰਦੇ ਜਾਓ ਜਿਵੇਂ ਮਰਜ਼ੀ ਕਰੋ, ਇੱਥੇ ਕੋਈ ਪੈਸਾ ਨਹੀਂ। ਫਿਰ ਕੀ ਕੀਤਾ? ਫਿਰ 2 ਟੈਕਸ ਲਾਏ। ਇੱਕ ਟੈਕਸ ਲਾਇਆ 1% ਰੂਰਲ ਡਿਵੈਲਪਮੈਂਟ ਫੀਸ ਵਧਾਈ, ਤੇ ਦੂਜਾ ਮਾਰਕੀਟ ਫੀਸ 1% ਵਧਾਈ, ਮੰਡੀ ਬੋਰਡ। ਉਹ ਕਹਿੰਦਾ ਨਾ ਵੱਡੇ ਸ਼ਹਿਰਾਂ ਦੇ ਵਿੱਚ ਜ਼ਮੀਨਾਂ ਦੇਖੋ ਖਾਲੀ ਪਈਆਂ ਹੋਣਗੀਆਂ ਸਰਕਾਰ ਦੀਆਂ, ਜਾਂ ਕਈ ਬਿਲਡਿੰਗਾਂ ਸਰਕਾਰ ਨੇ ਕਿਰਾਏ ਤੇ ਦਿੱਤੀਆਂ ਹੋਣਗੀਆਂ ਘੱਟ ਭਾਅ ਤੇ ਲੋਕਾਂ ਨੂੰ, ਉਹ ਸਾਰੀਆਂ ਛਡਾਓ, ਉਹਨੂੰ ਵੇਚੋ। ਕਿਉਂਕਿ ਉਹਨਾਂ ਦਾ ਮੁੱਲ ਬਹੁਤ ਹੈ, ਉੱਥੇ ਪ੍ਰਾਈਵੇਟ ਬੰਦਿਆਂ ਨੂੰ ਵੇਚੋ, ਉਦੋਂ ਬਾਅਦ ਉਹਦੇ ਨਾਲ ਖਜ਼ਾਨਾ ਭਰੋ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਟਰਾਂਸਪੋਰਟ ਹੈ, ਮੰਨ ਲਓ ਟਰਾਂਸਪੋਰਟ ਨਾ ਤੁਹਾਡੀ ਪੰਜਾਬ ਰੋਡਵੇਜ਼ ਅਸਲ 'ਚ ਠੀਕ ਨਹੀਂ ਹੈ, ਇਹਨੂੰ ਜਾਂ ਨਿੱਜੀ ਨੂੰ ਦੇ ਦਿਓ ਜਾਂ ਕਾਰਪੋਰੇਸ਼ਨ ਉਹਦੇ 'ਚ PRTC 'ਚ ਮਿਲਾ ਦਿਓ। ਇਹਨੂੰ ਤੁਸੀਂ ਬੰਦ ਕਰ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ। ਜਿਹੜੀ ਭਰਤੀਆਂ ਕਰ ਰਹੇ ਹੋ ਤੁਸੀਂ ਪੁਲਿਸ ਦੀਆਂ, ਉਹ ਵੀ ਬੰਦ ਕਰ ਦਿਓ। ਜਿਹੜੀਆਂ ਬਾਕੀ ਚੀਜ਼ਾਂ ਕਿਤੇ ਕੁਝ ਹੋਰ ਕਰ ਰਹੇ ਹੋ ਉਹ ਵੀ ਸਾਰਾ ਕੁਝ ਬੰਦ ਕਰ ਦਿਓ, ਕਿਉਂਕਿ ਖਜ਼ਾਨੇ 'ਚ ਪੈਸੇ ਦੀ ਲੋੜ ਹੈ। ਆਮ ਵਿਅਕਤੀ ਨੇ ਤਾਂ ਸਵੇਰੇ ਉੱਠਦਿਆਂ ਸਾਰੀ ਟੈਕਸ ਦਿੱਤਾ ਹੈ, ਉਹਨੇ ਚਾਹ ਪੀਤੀ ਤਾਂ ਟੈਕਸ ਦਿੱਤਾ ਹੈ, ਜੋ ਮੋਟਰਸਾਈਕਲ ਲੈ ਕੇ ਜਾ ਰਿਹਾ ਪੈਟਰੋਲ ਦਾ ਟੈਕਸ ਦਿੱਤਾ, ਜੇ ਕੱਪੜੇ ਪਾ ਰਿਹਾ ਤਾਂ ਵੀ ਟੈਕਸ ਦਿੱਤਾ, ਸਿਰ ਤੋਂ ਲੈ ਕੇ ਪੈਰਾਂ ਤੱਕ ਦਾ ਟੈਕਸ ਦੇ ਦਿਓ ਹਰ ਚੀਜ਼ ਦਾ। ਫਿਰ ਖਜ਼ਾਨਾ ਖਾਲੀ ਕਿਵੇਂ ਹੋ ਜਾਂਦਾ? ਖਜ਼ਾਨਾ ਖਾਲੀ ਕੌਣ ਕਰਕੇ ਜਾਂਦਾ? ਜਦੋਂ ਵੀ ਕੋਈ ਸੱਤਾ 'ਤੇ ਸਰਕਾਰ ਆਉਂਦੀ ਹੈ ਕਹਿੰਦੇ ਖਜ਼ਾਨਾ ਖਾਲੀ ਹੈ। ਆਮ ਲੋਕਾਂ ਨੇ ਤਾਂ ਖਜ਼ਾਨਾ ਨਹੀਂ ਖਾਲੀ ਕੀਤਾ ਨੇ। ਜਦੋਂ ਵਿਕਣ ਲੱਗ ਜਾਏਗਾ ਪੰਜਾਬ ਤਾਂ ਉੱਥੇ ਭਰੋਸਾ ਕੌਣ ਕਰੇਗਾ? ਤਾਂ ਤੁਸੀਂ ਵੇਚ ਕੇ 4 ਸਾਲ ਹੋਰ ਕੱਢ ਲਓਗੇ ਬਸ, ਵੱਧ ਤੋਂ ਵੱਧ। ਲੋਕਾਂ ਨੂੰ ਕਿਸ ਸਹਾਰੇ ਛੱਡ ਕੇ ਜਾ ਰਹੇ ਹੋ? ਜਿਹੜੀਆਂ ਚੀਜ਼ਾਂ ਨੇ ਤੁਸੀਂ ਕਿਸੇ ਨੇ ਵੀ ਇਹ ਖਾਕਾ ਪੇਸ਼ ਕੀਤਾ, ਇੱਕ ਵੀ ਪਾਰਟੀ ਨੇ, ਕਿ ਅਸੀਂ ਅਸਲ ਦੇ ਵਿੱਚ ਰੈਵਨਿਊ ਇੱਥੋਂ ਲੈ ਕੇ ਆਵਾਂ। ਕਈ ਟਰਪਲ ਮਾਰਦੇ ਨੇ ਜਿਹੜੇ MLA ਜਾਂ ਬਾਕੀ ਜਿਹੜੇ ਐਡੀਆਂ ਲੈਂਦੇ ਨੇ, 5-5 ਲੈਂਦੇ ਨੇ। ਬਾਦਲ ਵਰਗੇ 5,40,000 ਰੁਪਇਆ ਲੈ ਰਿਹਾ, ਭੱਠਲ ਵਰਗੇ 3,40,000 ਲੈ ਰਹੇ ਨੇ, ਜਿਹੜੇ ਵੀ ਬੰਦੇ ਲੈ ਰਹੇ ਨੇ। ਘਟਾਓ, ਉਹਦੀ ਲੋੜ ਨਹੀਂ ਹੈ। ਇਨਕਮ ਟੈਕਸ ਕਿਉਂ ਸਰਕਾਰ ਦੇਵੇ ਵਿਧਾਇਕਾਂ ਦਾ ਤੇ ਮੰਤਰੀਆਂ ਦਾ? ਉਹਨੂੰ ਹਟਾਉਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਪਰ ਇੰਨੇ ਨਾਲ ਵੀ ਕੰਮ ਨਹੀਂ ਚੱਲਣਾ, ਇਹ ਬਹੁਤ ਥੋੜਾ ਪੈਸਾ ਹੈ। ਹੁਣ ਉਹ 100 ਦਿਨ ਦੀ ਮਿਨੀਮਮ ਰੁਜ਼ਗਾਰ ਦੀ ਗਰੰਟੀ ਹੈ। ਇੱਕ ਵੀ ਸਰਕਾਰ ਦੱਸ ਦੇ ਜਾਂ ਇੱਕ ਵੀ ਆਪੋਜੀਸ਼ਨ ਪਾਰਟੀ ਸਰਕਾਰ ਦੱਸ ਦੇ ਕਿ 32 ਦਿਨਾਂ ਤੋਂ ਵੱਧ ਕੰਮ ਕਿਉਂ ਨਹੀਂ ਕਦੇ ਵੀ ਮਿਲਿਆ ਪੰਜਾਬ ਦੇ ਵਿੱਚ ਐਵਰੇਜ ਲੋਕਾਂ ਨੂੰ, ਜਿਨ੍ਹਾਂ ਦੇ ਜੌਬ ਕਾਰਡ ਬਣੇ ਹੋਏ ਨੇ। ਤੇ ਜੇ ਨਹੀਂ ਮਿਲਿਆ ਤਾਂ ਕਿਸੇ ਅਧਿਕਾਰੀ ਦੇ ਖਿਲਾਫ ਕਦੇ ਕਾਰਵਾਈ ਹੋਈ, ਕਿਸੇ ਬੰਦੇ ਦੇ ਖਿਲਾਫ ਜਿਹਨੇ ਲਾਗੂ ਕਰਨਾ ਸੀ ਕਾਰਵਾਈ ਹੋਈ। ਜੇ ਸਰਕਾਰ ਨੇ ਨਹੀਂ ਦਿੱਤਾ ਤਾਂ ਕੋਈ ਆਪੋਜੀਸ਼ਨ ਦੱਸ ਦੇ
ਉਹਨੇ ਕਦੇ ਤੇ ਅਸੈਂਬਲੀ 'ਚ ਸਵਾਲ ਕੀਤਾ, ਉਹਨੇ ਕਦੇ ਰੈਲੀ ਕੀਤੀ, ਉਹਨੇ ਕਦੇ ਮੁਜ਼ਾਹਰਾ ਕੀਤਾ ਸਰਕਾਰ ਨੂੰ ਜਵਾਬਦੇਹ ਬਣਾਉਣ ਦੇ ਵਾਸਤੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। 2022 ਦੇ ਵਿੱਚ ਪੰਜਾਬ ਵਿੱਚ ਚੋਣਾਂ ਨੇ ਤੇ ਝੜੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਮੁਫਤ ਵਿੱਚ ਕਹਿ ਕੇ ਬੜਾ ਕੁਝ ਪੰਜਾਬ ਦੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਪੰਜਾਬ ਦੇ ਸਿਰ 2017 ਦੇ ਵਿੱਚ ਲਗਭਗ ਪੌਣੇ 2 ਲੱਖ ਕਰੋੜ ਕਰਜ਼ਾ ਸੀ। ਉਸ ਤੋਂ ਬਾਅਦ ਵਧਿਆ ਕਰਜ਼ਾ, ਅੱਜ ਕਰਜ਼ਾ 3 ਲੱਖ ਕਰੋੜ ਦੇ ਆਸ-ਪਾਸ ਹੈ। ਜੇ ਕੋਈ ਵੀ ਸਿਆਸੀ ਪਾਰਟੀ ਦਾਅਵਾ ਕਰਦੀ ਹੈ ਕਿ ਮੁਫਤ ਵਿੱਚ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਚੀਜ਼ ਦੇਵਾਂਗੇ, ਦੂਸਰੇ ਪਾਸੇ ਕਿ ਇਹੀ ਸਿਆਸੀ ਪਾਰਟੀਆਂ ਪੰਜਾਬ ਦੇ ਸਿਰੋਂ ਕਰਜ਼ਾ ਵੀ ਲਾਉਣਗੀਆਂ। ਜਦੋਂ ਵੀ ਪੰਜਾਬ ਸਿਰ ਕਰਜ਼ਾ ਚੜ੍ਹਦਾ, ਕੇਂਦਰ ਸਰਕਾਰ ਨੇ ਕਰਜ਼ਾ ਨਹੀਂ ਦੇਣਾ ਵਾਪਸ, ਉਹ ਪੰਜਾਬ ਦੀ ਸਰਕਾਰ ਨੇ ਹੀ ਕਰਜ਼ਾ ਦੇਣਾ ਹੈ। ਫਿਰ ਉਸੇ ਕਰਜ਼ੇ ਨੂੰ ਉਤਾਰਨ ਵਾਸਤੇ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਟੈਕਸ ਲਗਾਇਆ ਜਾਊਗਾ। ਟੈਕਸ ਵਿੱਚ ਜਿਸ ਤਰੀਕੇ ਨਾਲ ਵਾਧਾ ਹੁੰਦਾ ਜਾਂਦਾ ਤੇ ਦੂਸਰੇ ਪਾਸੇ ਕਰਜ਼ੇ ਦੀ ਵੀ ਗੱਲ ਆ ਜਾਂਦੀ ਹੈ। ਕੋਈ ਵੀ ਸਿਆਸੀ ਪਾਰਟੀ ਜਾ ਕੇ ਜੇ ਸਵਾਲ ਕਰੀਏ ਕਿ ਪੈਸਾ ਆਏਗਾ ਕਿੱਥੋਂ, ਤੇ ਕਹਿ ਦਿੰਦੇ ਨੇ ਵੀ ਸਾਡੇ ਕੋਲ ਪਲਾਨ ਹੈ, ਅਸੀਂ ਇਸ ਪਲਾਨ ਦੇ ਰਾਹੀਂ ਇੱਥੋਂ ਇਕੱਠਾ ਰੈਵਨਿਊ ਕਰਾਂਗੇ, ਇੱਥੋਂ ਕਰਾਂਗੇ। ਪਰ ਸੱਚ ਤਾਂ ਇਹ ਹੈ ਕਿ ਸਿਰਫ ਦੋ ਜਗ੍ਹਾ ਤੋਂ ਟੈਕਸ ਆਉਂਦਾ ਹੈ, ਪੰਜਾਬ ਨੂੰ, ਇੱਕ ਸ਼ਰਾਬ ਤੋਂ ਤੇ ਦੂਸਰਾ ਪੈਟਰੋਲ ਤੋਂ। ਫਿਰ ਪੰਜਾਬ ਵਿੱਚੋਂ ਕਰਜ਼ਾ ਖਤਮ ਕਿਵੇਂ ਹੋਊਗਾ? ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ, ਸ਼ੁਰੂਆਤ ਕਰਾਂਗੇ ਕਿ ਮੁਫਤ ਵਿੱਚ ਤਾਂ ਦੇ ਦੇਣੇ ਸਭ ਕੁਛ, ਕਰਜ਼ਾ ਕੌਣ ਲਾਊਗਾ? ਕਿਹੜੀ ਸਿਆਸੀ ਪਾਰਟੀ ਨੇ ਅੱਜ ਤੱਕ ਕਿਹਾ, ਹੁਣ ਵੀ ਵਾਅਦੇ ਹੋ ਕੇ ਗਏ ਨੇ, ਕਿਸੇ ਨੇ ਸਟੇਜ ਤੋਂ ਕਿਹਾ ਵੀ ਅਸੀਂ ਪੰਜਾਬ ਦੇ ਸਿਰ ਜੋ ਕਰਜ਼ਾ ਉਤਾਰਾਂਗੇ? ਸਭ ਮੁਫਤ ਦੇ ਪਿੱਛੇ ਲੱਗੇ ਹੋਏ ਨੇ ਕਿ ਮੁਫਤ ਵੰਡੀ ਜਾਓ, ਕਰਜ਼ੇ ਬਾਰੇ ਕੋਈ ਵੀ ਗੱਲ ਨਹੀਂ ਕਰਦਾ। ਤੇ ਹਮੀਰ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ, ਕਰਜ਼ਾ ਕਿਉਂ ਔਰ ਕਿਵੇਂ ਉਤਾਰਿਆ ਜਾਊਗਾ ਪੰਜਾਬ ਦੇ ਸਿਰੋਂ। ਗੱਲਬਾਤ ਰਾਹੀਂ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਇਸ ਉੱਪਰ ਹੁਣ ਸਿਆਸੀ ਪਾਰਟੀਆਂ ਕੰਮ ਕਰਨਗੀਆਂ ਜਾਂ ਇੱਕ ਲਾਲਚ ਵਿੱਚ ਰੱਖਣਗੀਆਂ ਵੀ ਅਸੀਂ ਤਾਂ ਮੁਫਤ ਦੇ ਕੇ ਵੋਟਾਂ ਲੈਣੀਆਂ ਨੇ। ਸਵਾਈ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਮੈਂ ਪਹਿਲਾ ਸਵਾਲ ਇਹ ਹੈ ਕਿ 2017 ਵਿੱਚ ਪੌਣੇ 2 ਲੱਖ ਦੇ ਆਸ-ਪਾਸ, ਪੌਣੇ 2 ਲੱਖ ਕਰੋੜ ਦੇ ਆਸ-ਪਾਸ ਕਰਜ਼ਾ, ਹੁਣ ਵੱਧ ਕੇ 3 ਲੱਖ ਕਰੋੜ ਦੇ ਆਸ-ਪਾਸ ਕਰਜ਼ਾ। ਮੁਫਤ ਦਾ ਬਹੁਤ ਕੁਝ ਵੰਡਿਆ ਜਾ ਰਿਹਾ ਹੈ। ਜੋ ਮੁਫਤ ਵੰਡਿਆ ਜਾ ਰਿਹਾ ਕਿ ਸਿਆਸੀ ਪਾਰਟੀਆਂ ਇਸ ਉੱਪਰ ਦਾਅਵਾ ਕਰਦੀਆਂ ਨੇ ਵੀ ਅਸੀਂ ਪੰਜਾਬ ਦੇ ਸਿਰੋਂ ਜੋ ਚੜ੍ਹਦਿਆ ਕਰਜ਼ਾ ਉਹ ਵੀ ਉਤਾਰਾਂਗੇ। ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਜੇ ਮਰੀਜ਼ ਹੁੰਦਾ ਨਾ, ਜਿਹੜਾ ਜਦੋਂ ਡਾਕਟਰ ਕੋਲ ਜਾਂਦਾ, ਡਾਕਟਰ ਪਹਿਲਾਂ ਡਾਇਗਨੋਜ਼ ਕਰਦਾ ਕਿ ਬਿਮਾਰੀ ਕੀ ਹੈ, ਤੇ ਜੇ ਤਾਂ ਉਹਦੇ ਡਾਇਗਨੋਜ਼ ਠੀਕ ਹੋ ਜੇ, ਬਿਮਾਰੀ ਸਮਝ 'ਚ ਆ ਜੇ ਤਾਂ ਇਲਾਜ ਹੋ ਜਾਂਦਾ। ਤੇ ਜੇ ਬਿਮਾਰੀ ਉਹ ਸਮਝ ਨਾ ਆਵੇ ਤਾਂ ਨੀਮ ਹਕੀਮ ਖਤਰਾ ਜਾਨ ਵਰਗੀ ਹਾਲਤ ਹੋ ਜਾਂਦੀ ਹੈ। ਸਾਡੀਆਂ ਪਾਰਟੀਆਂ ਦੀ ਹਾਲਤ ਵੀ ਉਹ ਨਲਾਇਕ ਮਤਲਬ ਉਸ ਡਾਕਟਰ ਵਰਗੀ ਹੈ ਜਿਹੜਾ ਡਾਇਗਨੋਜ਼ ਨਹੀਂ ਕਰ ਰਿਹਾ ਪਰ ਸਮੱਸਿਆਵਾਂ ਦਾ, ਜਿਹੜਾ ਨਾ ਉਹਨਾਂ ਦਾ ਕੋਈ ਫਿਰ ਇਲਾਜ ਤਾਂ ਕਰਨਾ ਹੀ ਨਹੀਂ ਹੈ। ਇਲਾਜ ਤਾਂ ਵੱਧ ਦਵਾਈ ਦੇ ਮਾਰਨਾ ਮਰੀਜ਼। ਔਰ ਪੰਜਾਬ ਜੇਕਰ ਸਹੀ ਅਰਥਾਂ ਦੇ ਵਿੱਚ ਦੇਖੀਏ, ਚਾਰ ਪਾਸੇ ਸੰਕਟ ਨਾਲ ਘਿਰਿਆ ਹੋਇਆ। ਇਹਦੀ ਆਬੋ ਹਵਾ ਖਰਾਬ ਹੈ, ਇਹਦੀ ਮਿੱਟੀ ਜਿਹੜੀ ਆ ਉਹ ਖਰਾਬ ਹੋ ਰਹੀ ਹੈ, ਜ਼ਹਿਰੀਲੀ ਹੋ ਰਹੀ ਹੈ, ਪਾਣੀ ਮੁੱਕ ਰਿਹਾ ਧਰਤੀ ਦੇ ਹੇਠਲਾ ਤੇ ਪ੍ਰਦੂਸ਼ਿਤ ਵੀ ਹੋ ਰਿਹਾ ਹੈ। ਔਰ ਹੁਣੇ ਜਿਹੜਾ ਆਲੂ ਵਾਲੀਆ ਕਮੇਟੀ ਦੀ ਰਿਪੋਰਟ ਪੰਜਾਬ ਸਰਕਾਰ ਨੇ ਇੱਕ ਦਿੱਤੀ ਹੈ, ਉਹਦਾ ਇਹ ਕਹਿਣਾ ਕਿ ਸਾਡੇ ਜਿਹੜਾ GSDP ਕੁੱਲ ਘਰੇਲੂ ਪੈਦਾਵਾਰ ਜਿਹੜੀ ਸਟੇਟ ਦੀ ਹੈ, ਸੂਬੇ ਦੀ ਹੈ, ਉਹਦਾ ਹੈਲਥ ਖੇਤਰ ਦੇ ਵਿੱਚ ਹੀ ਮਤਲਬ 4% ਲੋਕ ਆਪਣੀ ਜੇਬ 'ਚੋਂ ਲਾ ਰਹੇ ਨੇ GSDP ਦਾ 4%, ਤੇ ਬਾਕੀ 1.3 ਸਟੇਟ ਗੌਰਮੈਂਟ ਤੇ ਸੈਂਟਰ ਗੌਰਮੈਂਟ ਦਾ ਮਿਲ ਕੇ ਆ ਰਿਹਾ। ਤਾਂ ਸਿਹਤ 'ਤੇ ਕਿੰਨਾ ਖਰਚਾ ਲੋਕਾਂ ਦਾ ਹੋਣ ਲੱਗ ਗਿਆ। ਇਹ ਵੀ ਕਰਜ਼ਾ ਹੀ ਵਧਾਉਂਦਾ ਨਾ, ਇਹ ਲੋਕਾਂ 'ਤੇ ਕਰਜ਼ਾ ਵਧਾਉਂਦਾ ਤੇ ਮੋੜਵੇਂ ਰੂਪ 'ਚ ਸਰਕਾਰ ਨੂੰ, ਕਿਉਂਕਿ ਰੈਵਨਿਊ ਨਹੀਂ ਆਉਂਦਾ ਤਾਂ ਸਰਕਾਰ 'ਤੇ ਕਰਜ਼ਾ ਵੱਧਦਾ। ਔਰ ਇਹਦੇ ਨਾਲ ਦੀ ਨਾਲ ਬੇਰੁਜ਼ਗਾਰੀ ਦਾ ਆਲਮ। ਪੰਜਾਬ ਐਵਰੇਜ ਦੇਸ਼ ਦੀ ਨੈਸ਼ਨਲ ਐਵਰੇਜ ਨਾਲੋਂ ਸਾਰੇ ਸੂਬਿਆਂ ਤੋਂ ਜ਼ਿਆਦਾ ਬੇਰੁਜ਼ਗਾਰੀ ਦੀ ਦਰ ਵਾਲਾ ਸੂਬਾ ਹੈ। ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਸਾਡੇ। ਔਰ ਸਾਡੇ ਪੜ੍ਹਾਈ ਦਾ, ਸਾਡੇ ਸਿਹਤ ਦਾ, ਸਾਡੇ ਬਾਕੀ ਸਮੱਸਿਆਵਾਂ ਜਿਹੜੀਆਂ ਦਾ ਸੰਕਟ ਉਹ ਤੋਂ ਬਾਅਦ ਹੈ। ਭ੍ਰਿਸ਼ਟਾਚਾਰ 'ਚ ਅਸੀਂ ਕਿਤੇ ਹੀ ਮਤਲਬ ਨੰਬਰ ਬਹੁਤ ਨੇ ਉੱਚੇ ਆ ਸਾਡੇ। ਤੇ ਆ ਸਾਰੇ ਇੱਕ ਦੂਜੇ ਦੇ ਪਾਰਟੀਆਂ ਦੇ ਦੇਖ ਹੀ ਰਿਹਾ ਕਿ ਜਿੰਨੇ ਐਲੀਗੇਸ਼ਨ ਲੱਗ ਰਹੇ ਨੇ ਕਿਸੇ ਮੰਤਰੀ ਤੇ, ਕਿਸੇ MLA ਤੇ, ਕਿਸੇ ਦੇ ਕਾਸੇ ਤੇ। ਇਸ ਮਾਹੌਲ ਦੇ ਵਿੱਚ ਜਦੋਂ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਸਿਰ ਕਰਜ਼ਾ ਹੈ ਬਹੁਤ, ਇਹ ਬਲੇਮ ਗੇਮ ਤਾਂ ਚੱਲਦੀ ਆ, ਉਹ ਚੜਾ ਗਿਆ, ਮੈਨੂੰ ਨਹੀਂ ਸੀ ਪਤਾ, ਮੈਂ ਚੜਾ ਗਿਆ। ਪਰ ਕੋਈ ਵੀ ਪਿਛਲੇ 80ਵਿਆਂ ਤੋਂ ਲੈ ਕੇ ਲਗਾਤਾਰ, ਔਰ ਜਿੰਨਾ ਚਿਰ 1985 ਤੱਕ ਵੀ ਮਤਲਬ ਪੰਜਾਬ ਨਾ ਲਗਭਗ ਬਿਨਾਂ ਕਰਜ਼ੇ ਵਾਲਾ ਸੀ, ਮਤਲਬ ਸਰਪਲਸ ਸਟੇਟ ਜਿਹਨੂੰ ਆਪਾਂ ਕਹਿੰਦੇ ਆ, ਤੇ ਉਸ ਲੈਵਲ 'ਤੇ ਸੀ।
ਚਲਦੇ ਚਲਦੇ ਅਸੀਂ ਕਰਜ਼ੇ ਦੇ ਬੋਝ, ਹੁਣ ਤਾਂ ਤਨਖਾਹਾਂ ਲੈਣ ਲਈ ਵੀ ਕਰਜ਼ਾ ਦੇਣਾ ਪੈਂਦਾ। ਮੰਨ ਲਓ 82,000 ਕਰੋੜ ਰੈਵਨਿਊ ਆਇਆ ਪੰਜਾਬ ਗੌਰਮੈਂਟ ਨੂੰ ਆ ਪਿਛਲੇ ਸਾਲ ਜੇ ਦੇਖੀਏ, ਤੇ ਉਹਦੇ ਵਿੱਚ ਲਗਭਗ 34,000 ਕਰੋੜ ਦੇ ਕਰੀਬ ਤਨਖਾਹਾਂ ਤੇ ਪੈਨਸ਼ਨਾਂ ਦੇ ਰੂਪ ਦੇ ਵਿੱਚ ਗਿਆ। 20,000 ਕਰੋੜ ਰੁਪਈਏ ਦੇ ਲਗਭਗ ਕਰਜ਼ੇ ਦੇ ਵਿਆਜ ਦੀ ਕਿਸ਼ਤ ਜਾਂਦੀ ਹੈ। 11,600 ਕਰੋੜ ਰੁਪਈਆ ਬਿਜਲੀ ਜਿਹੜੀ ਹੈ ਇਹਦੀ 5 ਰੁਪਏ ਯੂਨਿਟ ਇੰਡਸਟਰੀ ਨੂੰ ਵੀ ਫ੍ਰੀ ਦੇ ਰਹੇ ਹਾਂ, ਉਹਦੇ ਤੇ ਵੀ ਜਾਂਦੀ ਹੈ। 200 ਯੂਨਿਟ ਗਰੀਬਾਂ ਨੂੰ ਤੇ ਦਲਿਤਾਂ ਨੂੰ ਫ੍ਰੀ ਦੇ ਰਹੇ ਹਾਂ, ਕੁਛ ਉਹਦੇ ਤੇ ਹੈ, ਕੁਛ ਕਿਸਾਨੀ ਦੀ ਫ੍ਰੀ ਭੇਜਣੀ ਹੈ। 11,600 ਕਰੋੜ ਰੁਪਈਆ ਹੈ। 11,600 ਕਰੋੜ 20,000 ਕਰੋੜ 36,000 ਕਰੋੜ ਤੇ 34,000 ਕਰੋੜ ਕਿੰਨਾ ਬਣ ਗਿਆ? ਲਗਭਗ 70,000 ਕਰੋੜ, 70.5। ਕੀ 10,000 11,000 12,000 ਕਰੋੜ ਬਚਿਆ? ਉਹਦੇ ਨਾਲ ਕੀ ਨੰਗੀ ਨਹਾ ਲੂ, ਕੀ ਨਿਚੋੜ ਲੂ, ਕੀ ਦੇਊਗੀ ਬਾਕੀ ਨੂੰ? ਔਰ ਕਹਿੰਦੇ ਆ ਕਿ ਬੁਢਾਪਾ ਪੈਨਸ਼ਨ 1,500 ਕਰਤੀ, ਵਿਧਵਾ ਪੈਨਸ਼ਨ 1,500 ਕਰਤੀ, ਤੇ ਪਿਛਲੇ ਜਦੋਂ ਤੋਂ ਸਰਕਾਰ ਬਣੀ ਉਹਦੇ 7 ਮਹੀਨਿਆਂ ਦੀ ਦਿੱਤੀ ਨਹੀਂ, ਖਾਏ ਗਏ। ਉਹੀ ਜੋੜ ਕੇ ਦੇ ਦੋਗੇ 1,500 ਐਤਕੀ ਚੋਣਾਂ ਤੱਕ, ਜਾਂ ਕੋਈ ਉਹ ਵੀ ਦਿਓਗੇ ਜਿਹੜੀ ਉਦੋਂ ਦੀ ਪਹਿਲਾਂ ਰਹਿੰਦੀ ਸੀ? ਨਹੀਂ, ਉਸ ਸਮੇਂ ਤੁਹਾਨੂੰ ਯਾਦ ਨੇ ਇੱਕ ਸੂਬੇ ਨੂੰ ਦਿੱਤੀ ਗਈ ਸੀ ਜਦੋਂ ਚੋਣਾਂ ਸੀ, ਪਠਾਨਕੋਟ ਸ਼ਾਇਦ, ਉਹ ਇੱਕ ਸੂਬੇ 'ਚ ਦਿੱਤੀ ਗਈ ਜਦੋਂ ਚੋਣਾਂ ਹੁੰਦੀਆਂ ਨੇ। ਜਿੱਥੇ ਲੋਕ ਸਭਾ ਦੀ ਬਾਈ ਇਲੈਕਸ਼ਨ ਸੀ ਉੱਥੇ ਦਿੱਤੀ ਹੈ। ਉੱਥੇ ਤਾਂ ਐਂ ਦੇ ਦਿੰਦੇ ਨੇ, ਕਈ ਵਾਰ ਐਡਵਾਂਸ ਵੀ ਦੇ ਦਿੰਦੇ ਨੇ, ਅਗਲੇ ਮਹੀਨੇ ਦੀ ਵੀ ਲੈ ਲੈ, ਕਿਉਂਕਿ ਵੋਟ ਪਾ ਦੇ ਕਿਸੇ ਨਾ ਕਿਸੇ ਨੇ। ਇਹਦਾ ਮਤਲਬ ਕੀ ਹੈ ਕਿ ਸਾਡੀਆਂ ਸਰਕਾਰਾਂ ਕੇਵਲ ਵੋਟ ਲੈਣ ਤੋਂ ਅੱਗੇ ਸੋਚਦੀਆਂ ਹੀ ਨਹੀਂ, ਲੋਕਾਂ ਦੀ ਜ਼ਿੰਦਗੀ ਦਾ ਕੀ ਹੋਣਾ, ਲੋਕਾਂ ਦਾ ਬਾਕੀ ਕੀ ਹੋਣਾ। ਖੇਤੀ ਸਾਡੀ ਦਾ ਕਿਸਾਨ ਅੰਦੋਲਨ ਚੱਲ ਹੀ ਰਿਹਾ, 8 ਮਹੀਨਿਆਂ ਤੋਂ ਵੱਧ ਹੋ ਗਿਆ, ਦਿੱਲੀ ਦੀਆਂ ਬਰੂਹਾਂ ਤੇ ਹੈ। ਔਰ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰ ਰਿਹਾ ਹੈ। ਇਹ ਵੀ ਆਰਥਿਕਤਾ ਦਾ ਹੀ ਤਿਉਹਾਰ ਹੈ ਨਾ, ਕਿ ਸਾਡੇ ਕੋਲ ਆਰਥਿਕਤਾ ਦਾ ਉਹ ਚੀਜ਼ਾਂ ਨਹੀਂ ਹੈ। ਔਰ ਦੂਜਾ, ਇਹਦੇ ਨਾਲ ਦੀ ਨਾਲ ਸਾਡੇ ਕੋਲ ਜਿਹੜੇ ਬੱਚੇ ਨੇ ਸਾਡੇ ਇੱਥੇ, ਉਮੀਦ ਖਤਮ ਹੋ ਚੁੱਕੀ ਹੈ। ਕੁਝ ਨਸ਼ੇ ਦੇ ਦੌਰ ਦੇ ਵਿੱਚ ਨੇ, ਕੁਝ ਵਿਦੇਸ਼ ਜਾ ਰਹੇ ਨੇ। ਸਾਡੀਆਂ ਪਾਰਟੀਆਂ ਕੀ ਐਲਾਨ ਕਰ ਰਹੀਆਂ ਨੇ? ਸੁਖਬੀਰ ਬਾਦਲ ਨੇ ਕੀਤਾ ਕਿ ਮੈਂ 10 ਲੱਖ ਰੁਪਈਆ ਬਿਨਾਂ ਵਿਆਜ ਲੋਨ ਦਊਂਗਾ ਜਿਹੜਾ ਬੱਚਾ ਬਾਹਰ ਜਾਣਾ ਚਾਹੁੰਦਾ, ਆਈਲੈਟਸ ਦੀ ਕਰਨਾ ਚਾਹੁੰਦਾ। ਇਹ ਤੋਂ ਪਹਿਲਾਂ ਅਮਰਿੰਦਰ ਸਿੰਘ ਨੇ ਕੀਤਾ ਸੀ ਕਿ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਆਈਲੈਟਸ ਫ੍ਰੀ ਕਰਾ ਦਾਂਗੇ। ਮਤਲਬ ਤੁਸੀਂ ਕੀ ਕਹਿ ਰਹੇ ਹੋ ਆਪਦੇ ਨੌਜਵਾਨਾਂ ਨੂੰ? ਇਹ ਹਾਸੋ ਇਹਨਾਂ ਨੇ, ਇਹ ਪੰਜਾਬ ਦੇ ਲੋਕਾਂ ਨੂੰ ਸ਼ਰਮ ਨਹੀਂ ਆਊਗੀ ਇਹ ਸੁਣ ਕੇ ਕਿ ਅਸੀਂ ਇਹ ਕਹਿ ਰਹੇ ਹਾਂ ਵੀ ਭਾਈ ਸਾਹਿਬ ਇੱਥੋਂ ਉੱਜੜ ਜਾਓ, ਤੁਹਾਨੂੰ ਇਹ ਉੱਜੜਨ 'ਚ ਮਦਦ ਕਰ ਦਿੰਦੇ ਆ, ਪਰ ਸਾਡੇ ਕੋਲ ਤੁਹਾਡੇ ਵਾਸਤੇ ਕੋਈ ਸਕੀਮ ਨਹੀਂ, ਸਾਡੇ ਕੋਲ ਕੋਈ ਰੁਜ਼ਗਾਰ ਨਹੀਂ, ਸਾਡੇ ਕੋਲ ਤੁਹਾਡੇ ਲਈ ਕੁਝ ਨਹੀਂ ਹੈ। ਸਾਨੂੰ ਤਾਂ ਕੇਵਲ ਇੱਕ ਵਾਰ ਵੋਟ ਦੇ ਦਿਓ, ਜਿਹੜਾ ਮਾੜਾ ਮੋਟਾ ਵਸੀਲੇ ਹੋਣਗੇ, ਚਾਹੇ ਉਹ ਰੇਤ ਦੀਆਂ ਖਾਣਾਂ 'ਚੋਂ ਹੈ ਉਹ ਅਸੀਂ ਲੁੱਟ ਲਈਏ, ਚਾਹੇ ਉਹ ਕਿਸੇ ਬਿਜਲੀ ਸਮਝੌਤਿਆਂ ਦੇ ਵਿੱਚੋਂ ਹੈ ਉਹਦੇ 'ਚੋਂ ਵੀ ਅਸੀਂ ਕਾਰਪੋਰੇਟ ਨਾਲੋਂ ਹਿੱਸਾ ਵੰਡਾ ਲਈਏ, ਚਾਹੇ ਉਹ ਜਿਹੜਾ ਮਰਜ਼ੀ ਆ। ਦੇਖੋ ਤੁਸੀਂ, ਜਿਹੜਾ ਗਰੀਬਾਂ ਲਈ ਕਣਕ ਦੇਣੀ ਸੀ, ਉਹ ਇੱਕੋ ਇੱਕ ਇੰਸਪੈਕਟਰ ਲੈਵਲ ਦਾ ਅਧਿਕਾਰੀ 10 ਕਰੋੜ ਦਾ ਮਾਲ, 10,000 ਕਰੋੜ ਦਾ ਮਾਲ ਤੁਸੀਂ ਦੇਖੋ ਛਕ ਜਾਂਦਾ ਹੈ ਕਿਸ ਲੈਵਲ ਤੇ, ਚੱਕ ਕੇ ਦੁਬਈ ਵਗ ਜਾਂਦਾ ਹੈ। ਤੇ ਇਹ ਐਵੇਂ ਤਾਂ ਨਹੀਂ, ਪੋਲੀਟਿਕਸ ਤੋਂ ਬਿਨਾਂ ਤਾਂ ਨਹੀਂ ਜਾ ਸਕਦਾ ਨਾ। ਜੇ ਮੋਦੀ ਨੂੰ ਕਹਿੰਦੇ ਸੀ ਤੇਰਾ ਉਹ ਨੀਰਵ ਮੋਦੀ ਚਲਾ ਗਿਆ, ਤੇਰਾ ਫਲਾਨਾ ਚਲਾ ਗਿਆ, ਤਾਂ ਸਾਡੇ ਵੀ ਮੋਦੀ ਛੋਟੇ ਛੋਟੇ ਬੈਠੇ ਨੇ ਜਿਹੜੇ ਜਾ ਰਹੇ ਨੇ ਤੇ ਤੁਹਾਡੀ ਸਹਿਮਤੀ ਨਾਲ ਜਾ ਰਹੇ ਨੇ। ਇਸ ਮਾਮਲੇ ਦੇ ਵਿੱਚ ਫਿਰ ਪਾਰਟੀਆਂ ਕੋਲ ਹੈ ਕੀ? ਪਾਰਟੀਆਂ ਤੋਂ ਡਾਇਗਨੋਜ਼ ਤਾਂ ਐਡਾ ਵੱਡਾ ਹੋ ਗਿਆ, ਇਹਦਾ ਇਲਾਜ ਕਿਸੇ ਦੇ ਜ਼ਿਹਨ ਦੇ ਵਿੱਚ ਹੈ ਨਹੀਂ। ਦੂਜੀ ਗੱਲ ਇਹ ਹੈ ਕਿ ਤੁਸੀਂ ਕਾਰਪੋਰੇਟ ਦੇ ਸਾਹਮਣੇ ਸਰੈਂਡਰ ਕੀਤਾ ਹੋਇਆ ਤੁਹਾਡੀਆਂ ਪਾਰਟੀਆਂ ਨੇ। ਜਿਹੜੀ ਲਾਈਨ ਉੱਥੋਂ ਦਿੰਦੇ ਸੀ, ਜਿਹੜਾ ਸਟੇਟਾਂ ਦਾ ਅਧਿਕਾਰ ਸੀ ਮਾੜਾ ਮੋਟਾ ਕਿ ਤੁਸੀਂ ਟੈਕਸ ਲਾ ਸਕਦੇ ਹੋ ਤੇ ਟੈਕਸ ਹਟਾ ਸਕਦੇ ਹੋ, ਉਹ GST ਲਾਗੂ ਕਰਕੇ ਤੁਸੀਂ ਹੱਥ ਬਣਾ ਲਏ। ਹੁਣ ਕੇਂਦਰ ਨੂੰ ਕਹੀ ਜਾਂਦੇ ਸਾਡਾ ਪੈਸਾ ਦੇ ਦਿਓ, ਸਾਡਾ ਬਕਾਇਆ ਦੇ ਦਿਓ, ਉਹ ਕਹਿੰਦਾ ਅਸੀਂ ਨਹੀਂ ਦਿੰਦੇ, ਕਰਜ਼ਾ ਲੈਣਾ ਲੈ ਲਓ। ਠੀਕ ਹੈ, ਹੁਣ ਇਹ ਚੀਜ਼ਾਂ ਕਰੀ ਜਾ ਰਹੇ ਹੋ ਤੁਸੀਂ, ਜਦੋਂ ਜਿਹੜੇ ਵਸੀਲੇ ਤਾਂ ਆਪਦੇ ਘਟਾਈ ਜਾ ਰਹੇ ਹੋ। ਹੁਣ ਕਿਸੇ ਦੀ ਹੋਵੇ ਹੌਲੀ ਹੌਲੀ ਕਰਕੇ ਨਾ ਤੁਹਾਡੀ ਜਾਇਦਾਦ, ਜਦੋਂ ਗਰੀਬੀ ਆਉਂਦੀ ਹੈ, ਗਰੀਬੀ ਕਿਵੇਂ ਆਉਂਦੀ ਹੈ? ਮੰਨ ਲਓ ਮੇਰੇ ਕੋਲ 10 ਕਿੱਲੇ ਜ਼ਮੀਨ ਹੋਵੇ, ਮੇਰੇ ਤੇ ਵਿਆਜ ਪਈ ਜਾਂਦਾ, ਮੈਂ ਅੱਜ ਇੱਕ ਵੇਚਤਾ, ਕੱਲ੍ਹ ਨੂੰ ਦੂਜਾ ਵੇਚਤਾ, ਪਰਸੋਂ ਤੀਜਾ, ਜਦ ਮੇਰੇ ਕੋਲ ਕੁਝ ਨਹੀਂ ਰਹੂਗਾ ਤਾਂ ਲਾਸਟ ਘਰ ਵਿਕ ਜਾਂਦਾ, ਪਰ ਜ਼ਿੰਦਗੀ ਤਾਂ ਖਤਮ ਹੋ ਜਾਏਗੀ ਨਾ। ਜੇ ਉਹਦੇ ਤੋਂ ਉਹ ਆਮਦਨ ਨਹੀਂ ਪੈਦਾ ਕਰਦਾ ਜਿੰਨੀ ਆਮਦਨ ਪੈਦਾ ਹੋਣੀ ਚਾਹੀਦੀ ਹੈ, ਜਾਂ ਘੱਟੋ ਘੱਟ ਉਹ ਵਿਆਜ ਨਹੀਂ ਰੁਕਦਾ, ਜਾਂ ਕਰਜ਼ਾ ਨਹੀਂ ਲੈਂਦਾ, ਇਹੋ ਜਿਹਾ ਤਾਂ ਸਾਡੇ ਕੋਲ ਕੋਈ ਵਸੀਲਾ ਹੀ ਹੈ ਨਹੀਂ, ਇਹੋ ਜਿਹੀ ਤਾਂ ਕੋਈ ਸੋਚ ਹੀ ਹੈ ਨਹੀਂ। ਉਹਦੇ ਕਰਕੇ ਫਿਰ ਹੁਣ ਜਿਹੜਾ ਜਣਾ ਖਣਾ ਆਉਂਦਾ, ਇੱਕ ਕਹਿੰਦਾ ਮੈਂ 200 ਯੂਨਿਟ ਬਿਜਲੀ, ਦੂਜਾ ਕਹਿੰਦਾ 300 ਯੂਨਿਟ, ਤੀਜਾ ਕਹਿੰਦਾ 400 ਯੂਨਿਟ। ਮਤਲਬ ਤੁਸੀਂ 5 ਰੁਪਏ ਯੂਨਿਟ, 3 ਰੁਪਏ ਯੂਨਿਟ, ਉਹ ਵੀ ਸਰਕਾਰ ਆਊ ਉਹਦੇ ਤੇ। ਤਾਂ ਇਹ ਚੁਟਕਲਾ ਹੀ ਬਣ ਗਿਆ ਵੀ ਭਾਈ ਹੁਣ ਕਿਹਦੀ ਸਰਕਾਰ ਹੈ? ਲੋਕ ਕਹਿਣ ਲੱਗੇ ਟੀਟੂ ਸੱਟਰਾਂ ਵਾਲੀ ਦੀ ਸਰਕਾਰ ਹੈ ਹੁਣ, ਜਾਂ ਤੁਹਾਡੀ ਹੈ, ਜਾਂ ਕੀ ਕਰਨਾ? ਮਤਲਬ ਇਹ ਜਿਹੜਾ ਇੱਕ ਕੁਐਸਚਨ ਹੈ, ਤਾਂ ਤੁਹਾਡੇ ਕੋਲ ਅਲਟਰਨੇਟਿਵ ਕੀ ਹੈ? ਇੱਕ ਸੀਰੀਅਸ ਬਿਜ਼ਨਸ ਹੈ ਰਾਜਨੀਤੀ, ਮਜ਼ਾਕ ਦਾ ਖੇਡ ਨਹੀਂ ਹੁੰਦਾ। ਸਿਆਸਤ 'ਚ ਲੋਕ ਸਿਰ ਕਟਾਉਣ ਤੱਕ ਗਏ ਨੇ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਸਿਆਸਤ ਕਰਦੇ ਰਹੇ ਨੇ। ਗੁਰੂ ਗੋਬਿੰਦ ਸਿੰਘ ਸਿਸਟਮ ਦੇ ਤੇ ਇਖਲਾਕੀ ਸੁਧਾਰ ਦੇ ਵਾਸਤੇ ਤੇ ਪਲੱਸ ਸਿਸਟਮ ਨੂੰ ਠੀਕ ਕਰਨ ਵਾਸਤੇ ਉਹਨਾਂ ਦੀ ਲਾਈਨ ਤੇ ਚੱਲ ਕੇ ਬੰਦੇ ਬਹਾਦਰ ਨੇ ਜ਼ਮੀਨ ਹਲ ਵਾਹਕ ਨੂੰ ਦਿੱਤੀ, ਤੇ ਜ਼ਮੀਨ ਹਲ ਵਾਹਕ ਨੂੰ ਦੇ ਕੇ ਲੋਕਾਂ ਨੂੰ ਮਜ਼ਬੂਤ ਕੀਤਾ ਤੇ ਮਜਬੂਰ ਕੀਤਾ, ਮਤਲਬ ਉਸ ਲੈਵਲ ਤੇ ਅਧਿਕਾਰ ਦਿੱਤੇ। ਉਹ ਸਾਰੇ ਮਾਮਲੇ ਹੁੰਦੇ ਨੇ, ਉਹ ਹੁੰਦੇ ਨੇ ਰੂਲਰ ਰਾਜੇ, ਜਾਂ ਇੱਕ ਥਾਟ ਪ੍ਰੋਸੈਸ ਦੇ ਇੱਕ ਸੁਪਨਾ ਲੈਂਦੇ ਨੇ ਕਿ ਸਾਡੇ ਲੋਕ ਇਸ ਲੈਵਲ ਤੇ ਹੋਣ। ਅੱਜ ਅਸੀਂ ਸੁਪਨਾ ਕੀ ਲੈ ਰਹੇ ਹਾਂ ਕਿ ਉਹ ਕੁਰਸੀ ਹੈ, ਉਹਦੇ ਤੱਕ ਕਿਵੇਂ ਪਹੁੰਚਣਾ? ਲੋਕ ਮਰਦੇ ਨੇ, ਲੋਕ ਜੋ ਮਰਜ਼ੀ ਕਰਦੇ ਨੇ, ਮੇਰਾ ਕੋਈ ਲਾਗਾ ਦੇਗਾ ਨਹੀਂ ਹੈ। ਇਸ ਜਿਹੜੀ ਵਸੀਲਾ ਹੁਣ ਸਾਡੀ ਜਿਹੜੀ ਹਾਲਤ ਬਣ ਗਈ ਹੈ,
ਅਸੀਂ ਦਿਵਾਲੀਆ ਸਟੇਟ ਦੇ ਨੇੜੇ ਆ। ਉਹਦਾ ਕਾਰਨ ਇਹ ਹੈ ਕਿ ਜਦੋਂ ਅਮਰਿੰਦਰ ਸਿੰਘ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਦਾ ਅਸੀਂ ਨਿੱਜੀ ਬੈਂਕਾਂ ਦਾ ਪੈਸਾ, ਸਰਕਾਰੀ ਬੈਂਕਾਂ ਦਾ, ਪ੍ਰਾਈਵੇਟ ਬੈਂਕਾਂ ਦਾ, ਕੋਆਪਰੇਟਿਵ ਸੁਸਾਇਟੀਆਂ ਦਾ, ਆੜ੍ਹਤੀਆਂ ਦਾ ਸਭ ਮਾਫ ਕਰਾਂਗੇ। ਜਦੋਂ ਆਏ ਸਰਕਾਰ 'ਚ ਉਦੋਂ ਕਹਿੰਦੇ ਸਾਨੂੰ ਪਹਿਲਾਂ ਪਤਾ ਨਹੀਂ ਸੀ ਵੀ ਇੰਨਾ ਜ਼ਿਆਦਾ ਕਰਜ਼ਾ ਖਜ਼ਾਨਾ ਖਾਲੀ ਹੈ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਕੋਸ਼ਿਸ਼ ਕੀ ਹੋਇਆ? ਪਲਟ ਗਏ ਉੱਥੋਂ ਦੀ। ਹਾਂ, ਕੋਸ਼ਿਸ਼ ਕੀ ਕਰ ਰਹੇ ਨਹੀਂ, ਪਲਟ ਵੀ ਨਹੀਂ ਗਏ। ਜਦੋਂ ਦੇਖਿਆ ਇਹਨਾਂ ਨੂੰ ਵੀ ਸਮਝ ਸੀ, ਉਹਨਾਂ ਨੂੰ ਵੀ ਸੀ। ਦੇਸ਼ 'ਚ ਇੱਕ ਕਾਨੂੰਨ ਬਣਿਆ ਹੋਇਆ ਜਿਹੜਾ ਵਿੱਤੀ ਤੇ ਸਮਾਜਿਕ ਰਿਸਪੌਂਸਿਬਿਲਟੀ ਦਾ ਕਾਨੂੰਨ ਹੈ, ਉਹਦੇ ਪ੍ਰਤੀ ਜਵਾਬਦੇਹੀ ਦਾ। ਉਹ ਕਾਨੂੰਨ ਕਹਿੰਦਾ ਵੀ ਤੁਸੀਂ ਜਿੰਨੀ ਤੁਹਾਡੀ ਕੁੱਲ ਪੈਦਾਵਾਰ ਹੈ ਉਹਦੀ ਅਨੁਪਾਤ ਦੇ ਵਿੱਚ ਇੰਨਾ ਕੁ ਕਰਜ਼ਾ ਲੈ ਸਕਦੇ ਹੋ। ਪੰਜਾਬ ਗੌਰਨਮੈਂਟ ਦੀ ਲਿਮਟ ਖਤਮ ਹੋ ਚੁੱਕੀ ਸੀ, ਕਰਜ਼ਾ ਹੀ ਨਹੀਂ ਸੀ ਲੈ ਸਕਦੀ। ਤੇ ਕਰਜ਼ੇ ਦੀ ਲਿਮਟ ਫਿਰ ਕਿਵੇਂ ਬਣਾਈ? ਕੇਂਦਰ ਕੋਲ ਹੱਥ ਜੋੜਦੇ ਸੀ, ਉਹ ਕਹਿੰਦੇ ਜਾਓ ਜਿਵੇਂ ਮਰਜ਼ੀ ਕਰੋ, ਇੱਥੇ ਕੋਈ ਪੈਸਾ ਨਹੀਂ। ਫਿਰ ਕੀ ਕੀਤਾ? ਫਿਰ 2 ਟੈਕਸ ਲਾਏ। ਇੱਕ ਟੈਕਸ ਲਾਇਆ 1% ਰੂਰਲ ਡਿਵੈਲਪਮੈਂਟ ਫੀਸ ਵਧਾਈ, ਤੇ ਦੂਜਾ ਮਾਰਕੀਟ ਫੀਸ 1% ਵਧਾਈ ਮੰਡੀ ਬੋਰਡ ਤੋਂ। ਉਹਦੇ ਨਾਲ ਜਿਹੜਾ ਪੈਸਾ ਆਇਆ ਉਹਦੇ ਤੇ ਫਿਰ ਲੋਨ ਲਿਆ, ਉਹਨੂੰ ਗਿਰਵੀ ਰੱਖਿਆ, ਮਤਲਬ ਵੀ ਸਾਡੇ ਕੋਲ 10,000 ਕਰੋੜ ਹੈਗਾ ਖਜ਼ਾਨੇ 'ਚ, ਉਹਦੇ ਤੇ ਲੋਨ ਲਿਆ। ਉਹਦੇ 'ਚੋਂ 4634 ਕਰੋੜ ਰੁਪਇਆ ਮਾਫ ਹੋਇਆ ਕਿਸਾਨੀ ਦਾ। 1 ਲੱਖ ਕਰੋੜ ਤੋਂ ਵੱਧ ਕਿਸਾਨੀ ਸਿਰ ਕਰਜ਼ਾ ਹੈ। ਉਦੋਂ ਵੀ 31 ਮਾਰਚ 2017 ਸੀ ਜਦੋਂ ਉਹਦਾ ਇਹਨਾਂ ਨੇ ਟਾਰਗੇਟ ਮਿੱਥਿਆ, ਜਦੋਂ ਮਾਫ ਕਰਨਾ ਸੀ, ਉਦੋਂ ਵੀ 73,770 ਕਰੋੜ ਰੁਪਏ ਕਰਜ਼ਾ ਸੀ ਕਿਸਾਨੀ ਦਾ। ਤੇ ਤੁਸੀਂ 4600 ਕਰੋੜ ਮਾਫ ਕਰਕੇ ਕਹਿੰਦੇ ਅਸੀਂ ਤਾਂ ਬਹੁਤ ਬੜਾ ਕੰਮ ਕਰਤਾ। ਬਲਕਿ ਉਹ ਕਈਆਂ ਦਾ ਭੱਠਾ ਬਿਠਾਤਾ, ਬਿਲਕੁਲ ਉਹ ਡਿਫਾਲਟਰ ਹੋ ਗਏ, ਕਿਉਂਕਿ ਉਹਨੇ ਇਸ ਉਮੀਦ 'ਚ ਕਰਜ਼ਾ ਨਹੀਂ ਭਰਿਆ ਵੀ ਚਲੋ ਕੋਈ ਨਹੀਂ ਮਾਫ ਹੋ ਹੀ ਜਾਣਾ। ਤੇ ਉਹਨੂੰ ਨਾ ਹੁਣ ਬੈਂਕ ਲੋਨ ਦਿੰਦੀ ਹੈ ਤੇ ਨਾ ਉਹ ਆਪਦੇ ਕਿਸੇ ਯੋਗ ਹੈ। ਇਹੀ ਹਾਲ ਤੁਸੀਂ ਆਪਣੀ ਸਟੇਟ ਨਾਲ ਕਰ ਰਹੇ ਹੋ। ਸਟੇਟ ਨਾਲ ਕੀ ਕਰ ਰਹੇ ਹੋ? ਸਟੇਟ ਦੇ ਵਿੱਚ ਵੀ ਜਦੋਂ ਫ੍ਰੀ ਦੇ ਤੌਰ ਤੇ ਕੀ ਕਰਨਾ ਹੁੰਦਾ ਹੈ, ਸਮਾਜਿਕ ਇਨਸਾਫ ਦੇ ਵਾਸਤੇ ਕੁਝ ਗੱਲਾਂ ਸਰਕਾਰਾਂ ਨੇ ਕਰਨੀਆਂ ਹੁੰਦੀਆਂ ਨੇ ਕਿ ਜਿਹੜਾ ਗਰੀਬ ਬੰਦਾ ਹੈ ਉਹਨੂੰ ਰਾਈਟ ਟੂ ਫੂਡ ਵੀ ਚਾਹੀਦਾ, ਜਿਹੜਾ ਗਰੀਬ ਬੰਦਾ ਹੈ ਉਹਨੂੰ ਐਜੂਕੇਸ਼ਨ ਵੀ ਮੁਫਤ ਚਾਹੀਦੀ ਹੈ, ਜਿਹੜੇ ਗਰੀਬ ਬੰਦੇ ਨੇ ਉਹਨੂੰ ਕੁਝ ਚੀਜ਼ਾਂ ਚਾਹੀਦੀਆਂ ਨੇ। ਠੀਕ ਹੈ, ਉੱਥੇ ਤੱਕ ਬਹੁਤ ਜ਼ਰੂਰੀ ਚੀਜ਼ ਹੈ। ਪਰ ਤੁਸੀਂ ਗਰੀਬ ਨੂੰ ਨਹੀਂ ਦੇ ਰਹੇ, ਤੁਸੀਂ ਜ਼ਿਆਦਾ ਉਹਨਾਂ ਨੂੰ ਦੇ ਰਹੇ ਹੋ ਜਿਨ੍ਹਾਂ ਦੀ ਪਰੋਖੋਂ ਬਹੁਤ ਵੱਡੀ ਹੈ, ਔਰ ਤੁਸੀਂ ਕਾਰਪੋਰੇਟ ਨੂੰ ਕੰਸੈਸ਼ਨ ਗਰੀਬਾਂ ਨਾਲੋਂ ਜ਼ਿਆਦਾ ਦੇ ਰਹੇ ਹੋ, ਪਰ ਗਰੀਬਾਂ ਦੇ ਨਾਂ ਤੇ ਦੇ ਰਹੇ ਹੋ। ਤੇ ਇਹਦੇ ਵਿੱਚ ਹੁਣ ਕੀ ਆ? ਆਹਲੂਵਾਲੀਆ ਕਮੇਟੀ ਦੀ ਰਿਪੋਰਟ ਜਿਹੜੀ ਇਹਨਾਂ ਨੇ ਬਣਾਈ ਸੀ ਨਾ ਕਿ ਕੋਵਿਡ ਤੋਂ ਬਾਅਦ ਅਸੀਂ ਕਿਵੇਂ ਆਪਣੀ ਆਰਥਿਕਤਾ ਸੁਧਾਰੀਏ, ਕਮਾਲ ਦੀਆਂ ਉਹਨੇ ਰਿਕਮੈਂਡੇਸ਼ਨ ਦਿੱਤੀਆਂ ਨੇ। ਜੇ ਲਾਗੂ ਹੋ ਗਈਆਂ, ਮੈਨੂੰ ਲੱਗਦਾ ਕਿ ਜਿਹਾ ਜਿਹਾ ਕਮਾਲ ਹੋਊਗਾ ਪੰਜਾਬ 'ਚ ਸ਼ਾਇਦ ਅੱਜ ਤੱਕ ਦੇਖਿਆ ਨਹੀਂ ਹੋਣਾ। ਉਹ ਕੀ ਕਹਿ ਰਿਹਾ? ਉਹ ਕਹਿੰਦਾ ਨਾ ਵੱਡੇ ਸ਼ਹਿਰਾਂ ਦੇ ਵਿੱਚ ਜ਼ਮੀਨਾਂ ਦੇਖੋ ਖਾਲੀ ਪਈਆਂ ਹੋਣਗੀਆਂ ਸਰਕਾਰ ਦੀਆਂ, ਜਾਂ ਕਈ ਬਿਲਡਿੰਗਾਂ ਸਰਕਾਰ ਨੇ ਕਿਰਾਏ ਤੇ ਦਿੱਤੀਆਂ ਹੋਣਗੀਆਂ ਘੱਟ ਭਾਅ ਤੇ ਲੋਕਾਂ ਨੂੰ, ਉਹ ਸਾਰੀਆਂ ਛਡਾਓ, ਉਹਨੂੰ ਵੇਚੋ ਕਿਉਂਕਿ ਉਹਨਾਂ ਦਾ ਮੁੱਲ ਬਹੁਤ ਹੈ ਉੱਥੇ, ਪ੍ਰਾਈਵੇਟ ਬੰਦਿਆਂ ਨੂੰ ਵੇਚੋ, ਉਦੋਂ ਬਾਅਦ ਉਹਦੇ ਨਾਲ ਖਜ਼ਾਨਾ ਭਰੋ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਟਰਾਂਸਪੋਰਟ ਹੈ, ਮੰਨ ਲਓ ਟਰਾਂਸਪੋਰਟ ਨਾ ਤੁਹਾਡੀ ਪੰਜਾਬ ਰੋਡਵੇਜ਼ ਅਸਲ 'ਚ ਠੀਕ ਨਹੀਂ ਹੈ, ਇਹਨੂੰ ਜਾਂ ਨਿੱਜੀ ਨੂੰ ਦੇ ਦਿਓ ਜਾਂ ਕਾਰਪੋਰੇਸ਼ਨ ਉਹਦੇ 'ਚ PRTC 'ਚ ਮਿਲਾ ਦਿਓ, ਇਹਨੂੰ ਤੁਸੀਂ ਬੰਦ ਕਰ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ। ਜਿਹੜੀ ਭਰਤੀਆਂ ਕਰ ਰਹੇ ਹੋ ਤੁਸੀਂ ਪੁਲਿਸ ਦੀਆਂ, ਉਹ ਵੀ ਬੰਦ ਕਰ ਦਿਓ। ਜਿਹੜੀਆਂ ਬਾਕੀ ਚੀਜ਼ਾਂ ਕਿਤੇ ਕੁਝ ਹੋਰ ਕਰ ਰਹੇ ਹੋ ਉਹ ਵੀ ਸਾਰਾ ਕੁਝ ਬੰਦ ਕਰ ਦਿਓ, ਕਿਉਂਕਿ ਖਜ਼ਾਨੇ 'ਚ ਪੈਸੇ ਦੀ ਲੋੜ ਹੈ। ਤੇ ਇਹ ਜਿਹੜੇ ਸੁਝਾਅ ਨੇ, ਜਿਸ ਲੈਵਲ ਦੇ ਸੁਝਾਅ ਆ ਰਹੇ ਨੇ ਆਪਣੇ ਸਾਹਮਣੇ, ਉਹ ਤਾਂ ਖੇਤੀ ਦੇ ਖਿਲਾਫ, ਕਾਨੂੰਨਾਂ ਦੇ ਖਿਲਾਫ ਐਡੀ ਵੱਡੀ ਐਜੀਟੇਸ਼ਨ ਚੱਲ ਰਹੀ ਹੈ। ਉਹ ਚੈਪਟਰ ਗਾਇਬ ਕਰਤਾ, ਜਿਹੜੀਆਂ ਪਹਿਲੀਆਂ ਰਿਕਮੈਂਡੇਸ਼ਨ ਸੀ ਨਾ ਉਹ ਕੱਢਤਾ ਉਹਦੇ 'ਚੋਂ। ਉਹਦੇ ਵਿੱਚ ਵੀ ਇਹੀ ਕਹਿ ਰਿਹਾ ਸੀ ਪ੍ਰਾਈਵੇਟ ਮੰਡੀ ਫਲਾਨਾ APMC ਛੱਡੋ। ਜੇ ਇਸ ਰਸਤੇ ਚੱਲਣਾ, ਸਾਡੇ ਕੋਲ ਐਕਸਪਰਟ ਵੀ ਇਹੋ ਜਿਹੇ ਨੇ, ਜੇ ਤੁਸੀਂ ਕਮੇਟੀ ਵੀ ਉਹੀ ਜੋ ਬਣਾਉਣੀ ਹੈ, ਉਹਨਾਂ ਦੀ ਰਾਏ ਤੇ ਹੀ ਕੰਮ ਕਰਨਾ ਹੈ, ਤਾਂ ਪੰਜਾਬ ਵਿਕੂਗਾ। ਤੁਸੀਂ ਜਦੋਂ ਆਮ ਤੌਰ ਤੇ ਕਹਿੰਦੇ ਨੇ ਜਦੋਂ ਕਿਸਾਨ ਜ਼ਮੀਨ ਵੇਚਣ ਦੇ ਰਾਹ ਪੈ ਜੇ ਤਾਂ ਮੰਨਿਆ ਜਾਂਦਾ ਕਿ ਪਾਣੀ ਸਿਰ ਤੇ ਉੱਪਰ ਹੋ ਗਿਆ, ਉਹਦੇ ਕੋਲ ਇੰਨੇ ਪੈਸੇ ਨਹੀਂ, ਕੋਈ ਦੇ ਨਹੀਂ ਰਿਹਾ ਉਹਨੂੰ, ਨਾ ਸੇਠ ਦੇ ਰਿਹਾ ਨਾ ਬੈਂਕ ਦੇ ਰਹੀ ਹੈ ਜ਼ਮੀਨ। ਉਦੋਂ ਬਾਅਦ ਵਿਕਣੀ ਪੰਜਾਬ ਦਾ ਹਾਲ, ਪੰਜਾਬ ਉਦੋਂ ਬੁਰੀ ਹਾਲਤ 'ਚ ਹੈ, ਉਹਨਾਂ ਵੀ ਨਹੀਂ ਹੈ, ਕਿਉਂਕਿ ਉਹ ਤਾਂ ਲਵੇ ਲਾਭ ਨਾ ਲਵੇ, ਐਕਸਪਾਇਰਡ ਕਮੇਟੀਆਂ ਕਹਿਣ ਲੱਗ ਗਈਆਂ ਕਿ ਤੁਸੀਂ ਵਿਕਣਾ ਹੈ। ਜਦੋਂ ਵਿਕਣ ਲੱਗ ਜਾਏਗਾ ਪੰਜਾਬ, ਤਾਂ ਉੱਤੇ ਭਰੋਸਾ ਕੌਣ ਕਰੇਗਾ? ਤਾਂ ਤੁਸੀਂ ਵੇਚ ਕੇ 4 ਸਾਲ ਹੋਰ ਕੱਢ ਲਓਗੇ ਬਸ, ਵੱਧ ਤੋਂ ਵੱਧ। ਲੋਕਾਂ ਨੂੰ ਕਿਸ ਸਹਾਰੇ ਛੱਡ ਕੇ ਜਾ ਰਹੇ ਹੋ? ਜਿਹੜੀਆਂ ਚੀਜ਼ਾਂ ਨੇ, ਤੁਸੀਂ ਕਿਸੇ ਨੇ ਵੀ ਇਹ ਖਾਕਾ ਪੇਸ਼ ਕੀਤਾ, ਇੱਕ ਵੀ ਪਾਰਟੀ ਨੇ, ਕਿ ਅਸੀਂ ਅਸਲ ਦੇ ਵਿੱਚ ਰੈਵਨਿਊ ਇੱਥੋਂ ਲੈ ਕੇ ਆਵਾਂ। ਕਈ ਟਰਪਲ ਮਾਰਦੇ ਨੇ, ਮਤਲਬ ਇੱਧਰ ਉੱਧਰ ਨੇ ਕਿ ਜੀ ਜੇ ਪੈਨਸ਼ਨਾਂ ਇੰਨੇ ਲੈ ਰਹੇ ਨੇ, ਬਿਲਕੁਲ ਪੈਨਸ਼ਨਾਂ ਇੰਨੇ ਲੈ ਰਹੇ ਨੇ, ਇੱਕੋ ਹੀ ਪੈਨਸ਼ਨ ਹੋਣੀ ਚਾਹੀਦੀ ਹੈ। ਜਿਹੜੇ MLA ਜਾਂ ਬਾਕੀ ਐਡੀਆਂ ਲੈਂਦੇ ਨੇ, 5 ਲੈਂਦੇ ਨੇ, ਬਾਦਲ ਵਰਗੇ 5,40,000 ਰੁਪਇਆ ਲੈ ਰਿਹਾ, ਭੱਠਲ ਵਰਗੇ 3,40,000 ਲੈ ਰਹੇ ਨੇ, ਜਿਹੜੇ ਵੀ ਬੰਦੇ ਲੈ ਰਹੇ ਨੇ, ਘਟਾਓ, ਉਹਦੀ ਲੋੜ ਨਹੀਂ ਹੈ। ਇਨਕਮ ਟੈਕਸ ਕਿਉਂ ਸਰਕਾਰ ਦੇਵੇ ਵਿਧਾਇਕਾਂ ਦਾ ਤੇ ਮੰਤਰੀਆਂ ਦਾ, ਉਹਨੂੰ ਹਟਾਉਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਪਰ ਇੰਨੇ ਨਾਲ ਵੀ ਕੰਮ ਨਹੀਂ ਚੱਲਣਾ। ਇਹ ਬਹੁਤ ਥੋੜਾ ਪੈਸਾ ਹੈ, ਇਹਦੇ ਨਾਲ ਵੀ ਕੰਮ ਨਹੀਂ ਚੱਲਣਾ। ਔਰ ਗਰਾਊਂਡ ਦਾ ਪੈਸੇ ਦਾ ਸਵਾਲ ਹੁੰਦਾ ਕਿ ਪਹਿਲਾਂ ਤਾਂ GST ਤੇ ਸਟੈਂਡ ਲੈਣਾ ਪਏਗਾ ਕਿ ਤੁਸੀਂ ਕਿੰਨਾ ਪੈਸਾ ਆਪਣੇ ਆਪ ਨੂੰ ਲੈਣਾ ਹੈ GST ਦੇ ਵਿੱਚੋਂ।
ਔਰ ਜਾਂ ਤੁਹਾਨੂੰ ਫੈਡਰਲਿਜ਼ਮ ਤੇ ਲੜਾਈ ਲੜਨੀ ਪਏਗੀ ਕਿ ਤੁਸੀਂ ਟੈਕਸ ਲਾਉਣ ਦਾ ਹੱਕ ਆਪਣਾ ਬਰਕਰਾਰ ਰੱਖੋ। ਉਹ ਕਿਉਂ ਟੈਕਸ ਇਹੀ ਲਾਉਂਦੇ ਦੱਸਦਾ ਹੈ ਖੁਦ ਮੁਖਤਿਆਰੀ ਦੀ ਗੱਲ। ਖੁਦ ਮੁਖਤਿਆਰੀ ਦੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਦੀ ਨਾਲ ਜੁੜਦਾ ਹੈ ਕਿ ਜਿਹੜੇ ਬਾਕੀ ਦੇ ਸੂਬੇ ਨੇ ਹੋਰ ਜਿੱਥੇ ਤੁਹਾਡਾ ਪੈਸਾ ਨਜਾਇਜ਼ ਜਾ ਰਿਹਾ ਹੈ ਕਿਤੇ ਵੀ, ਉਹ ਬੰਦ ਕਰਨੇ ਪੈਣਗੇ। ਤੀਜਾ ਪੈਸਾ ਇਹ ਜਿਵੇਂ ਇਲਾਜ ਦੇ ਖਰਚੇ ਨੇ, ਸਾਡੇ ਬਹੁਤੇ ਪੋਲੀਟੀਸ਼ੀਅਨ ਵਿਦੇਸ਼ ਇਲਾਜ ਕਰਾਉਂਦੇ ਨੇ ਤੇ ਉਹ ਡਾਲਰਾਂ 'ਚ ਦਿੰਦੇ ਨੇ, ਕਰੋੜਾਂ ਰੁਪਇਆ ਆਉਂਦਾ। ਤੁਸੀਂ ਕਹੋ ਵੀ ਪੰਜਾਬ ਸਰਕਾਰ ਦੀ ਜੇਬ 'ਚੋਂ ਹਾਂ ਟੈਕਸ ਪੂਅਰ ਮੈਨ ਦਾ ਟੈਕਸ ਹੈ। ਪੰਜਾਬ ਸਰਕਾਰ ਕਿੱਥੋਂ ਲਿਆਉਂਦੀ ਹੈ? ਉਹ ਵੀ ਲੋਕਾਂ ਦਾ ਹੀ ਟੈਕਸ ਹੈ ਨਾ, ਤੇ ਲੋਕਾਂ ਦੇ ਪੈਸੇ 'ਚ। ਔਰ ਉਹ ਪਰਿਵਾਰ ਇਹੋ ਜਿਹੇ ਨੇ ਬਹੁਤੇ ਉਹਨਾਂ 'ਚ ਜਿਹੜੇ ਆਪਦੇ ਪੱਲਿਓਂ ਖਰਚ ਕਰਦੇ ਨੇ ਤਾਂ ਕੋਈ ਬੜਾ ਫਰਕ ਨਹੀਂ ਪੈਂਦਾ। ਪਰ ਤੁਹਾਨੂੰ ਇੱਕ ਗੱਲ ਕਰਨੀ ਚਾਹੀਦੀ ਹੈ ਮੇਰਾ ਖਿਆਲ ਹੈ ਕਿ ਇਸ ਦੇਸ਼ 'ਚ ਇਲਾਜ ਉਹ ਵੀ ਸਰਕਾਰੀ ਹਸਪਤਾਲ ਦੇ ਪੈਟਰਨ ਤੇ ਜੋ ਵੀ ਹੋਏਗਾ ਉਹ ਅਸੀਂ ਅਦਾ ਕਰਾਂਗੇ, ਕਿਉਂਕਿ ਤੁਸੀਂ ਸਾਡੇ ਬੰਦੇ ਆ। ਤੁਸੀਂ ਏਮ 'ਚ ਕਰਾ ਲਓ, ਤੁਸੀਂ PGI ਕਰਾ ਲਓ, ਤੁਸੀਂ ਬਿਹਤਰ ਤਾਂ ਤੁਸੀਂ ਤਾਂ ਪਾਵਰਫੁਲ ਹੋ, ਤੁਹਾਡੇ ਤਾਂ ਇੱਥੇ ਵੀ ਕੇਅਰ ਹੋ ਜਾਏਗੀ। ਪਰ ਇਦੋਂ ਅਮਨ ਮਤਾ ਅਸੀਂ ਨਹੀਂ ਪੈਸਾ ਦਿਆਂਗੇ। ਇੱਕ ਲਾ ਤਾਂ ਲਾਗੂ ਕਰੋ ਨਾ, ਇੱਕ ਤਰੀਕਾ ਤਾਂ ਕਿਤੇ ਨਾ ਕਿਤੇ ਲਾਗੂ ਕਰੋ, ਤੇ ਉਹ ਤੁਸੀਂ ਕਰਦੇ ਹੀ ਨਹੀਂ ਹੋ। ਤੇ ਇਹਦੇ ਤੋਂ ਇਲਾਵਾ ਅਗਲੀ ਗੱਲ ਇਹ ਹੈ ਕਿ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਆ ਮਾਈਨ ਜਿਹਨੇ ਖਾਣਾ ਪੱਟੀਆਂ ਗਈਆਂ ਰੇਤੇ ਦੀਆਂ, ਤੇ ਰੇਤਾ ਐਂ ਜਿਵੇਂ ਉਹ ਕਰਦੇ ਕੀ ਨੇ, ਲੀਗਲੀ ਇੱਕ ਖਾਣ ਲੈ ਲਈ ਉਹਨੂੰ ਛੇੜਦੇ ਹੀ ਨਹੀਂ, ਨੇੜਲੀ ਪੱਟਣੀ ਸ਼ੁਰੂ ਕਰ ਦਿੰਦੇ ਨੇ। ਜਦ ਕੋਈ ਆਉਂਦਾ ਕਿ ਇਹ ਤਾਂ ਲੀਗਲ ਹੈ ਜੀ ਸਾਡਾ, ਅਸੀਂ ਤਾਂ ਲੀਗਲ ਪੱਟ ਰਹੇ ਹਾਂ। ਇਹ ਸਾਰਾ ਮਤਲਬ ਸਭ ਨੂੰ ਪਤਾ ਹੈ, ਸਭ ਦੀ ਮਿਲੀ ਭੁਗਤ ਹੈ, ਕੋਈ ਐ ਨਹੀਂ ਹੈ ਕਿ ਕਿਸੇ ਨੂੰ ਪਤਾ ਨਹੀਂ ਹੈ। ਅੱਛਾ, ਮੇਰਾ ਸਿਰ ਇੱਕ ਸਵਾਲ ਹੈ ਕਿ ਫਿਰ ਟੈਕਸ ਦੀ ਆਪਾਂ ਗੱਲ ਕਰਦੇ ਹਾਂ ਵੀ ਟੈਕਸ ਇਕੱਠਾ ਹੁੰਦਾ ਹੈ, ਖਜ਼ਾਨੇ ਦੀ ਖਾਲੀ ਦੀ ਵੀ ਗੱਲ ਆ ਜਾਂਦੀ ਹੈ। ਆਮ ਵਿਅਕਤੀ ਨੇ ਤਾਂ ਸਵੇਰੇ ਉੱਠਦੇ ਸਾਰ ਟੈਕਸ ਦਿੱਤਾ ਹੈ, ਉਹਨੇ ਚਾਹ ਪੀਤੀ ਤਾਂ ਟੈਕਸ ਦਿੱਤਾ ਹੈ, ਜੋ ਮੋਟਰਸਾਈਕਲ ਲੈ ਕੇ ਜਾ ਰਿਹਾ ਪੈਟਰੋਲ ਦਾ ਟੈਕਸ ਦਿੱਤਾ ਹੈ, ਜੇ ਕੱਪੜੇ ਪਾ ਰਿਹਾ ਤਾਂ ਵੀ ਟੈਕਸ ਦਿੱਤਾ ਹੈ, ਸਿਰ ਤੋਂ ਲੈ ਕੇ ਪੈਰਾਂ ਤੱਕ ਦਾ ਟੈਕਸ ਦੇ ਦਿਓ ਹਰ ਚੀਜ਼ ਦਾ। ਫਿਰ ਖਜ਼ਾਨਾ ਖਾਲੀ ਕਿਵੇਂ ਹੋ ਜਾਂਦਾ? ਖਜ਼ਾਨਾ ਖਾਲੀ ਕੌਣ ਕਰਕੇ ਜਾਂਦਾ ਹੈ? ਜਦੋਂ ਵੀ ਕੋਈ ਸੱਤਾ 'ਤੇ ਸਰਕਾਰ ਆਉਂਦੀ ਹੈ ਕਹਿੰਦੇ ਖਜ਼ਾਨਾ ਖਾਲੀ ਹੈ। ਆਮ ਲੋਕਾਂ ਨੇ ਤਾਂ ਖਜ਼ਾਨਾ ਨਹੀਂ ਖਾਲੀ ਕੀਤਾ ਨੇ ਵਾਲਾ। ਨਹੀਂ, ਖਜ਼ਾਨਾ ਨਹੀਂ ਖਾਲੀ, ਖਜ਼ਾਨਾ ਤਾਂ ਮਿੰਟ ਤੇ ਭਰ ਵੀ ਰਿਹਾ ਤੇ ਖਾਲੀ ਵੀ ਹੋ ਰਿਹਾ। ਖਜ਼ਾਨਾ ਤਾਂ ਜਿਵੇਂ ਚੀਜ਼ ਸਵੇਰ ਤੋਂ ਸ਼ਾਮ ਤੱਕ ਵਿਕਣੀ ਸ਼ੁਰੂ ਹੁੰਦੀ ਹੈ ਤਾਂ ਉਹਨਾਂ ਪੈਸਾ ਸਰਕਾਰੀ ਖਜ਼ਾਨੇ 'ਚ ਨਾਲ ਜਾ ਰਿਹਾ। ਖਜ਼ਾਨਾ ਕੋਈ ਉਹ ਲਾਲੇ ਵਾਲਾ ਗੱਲਾਂ ਤਾਂ ਹੁਣ ਹੈ ਨਹੀਂ ਨਾ ਵੀ ਬਾਅਦ ਦੇ ਵਿੱਚ ਸ਼ਾਮ ਨੂੰ ਗਿਣਾਂਗੇ ਤੇ ਸ਼ਾਮ ਨੂੰ ਇੰਨੇ ਹੋਣਗੇ ਫਲਾਨਾ। ਖਜ਼ਾਨਾ ਤਾਂ ਇੱਕ ਰੈਗੂਲਰ ਤੇ ਉੱਪਰ ਕਰਿਆ। ਹਾਂ, ਬਹੁਤੀ ਵਾਰੀ ਤੁਹਾਡੀ ਆਮਦਨ ਤੇ ਖਰਚ ਦੇ ਵਿੱਚ ਜਿਹੜੇ ਵਖਰੇਵੇਂ ਨੇ ਉਹ ਤੁਹਾਡੇ ਤੇ ਕਰਜ਼ਾ ਵਧਾ ਦਿੰਦੇ ਨੇ ਤੇ ਬਾਕੀ ਦੀਆਂ ਚੀਜ਼ਾਂ ਨਹੀਂ ਕਰਦੇ। ਉਸ ਸਾਰੇ ਮਾਮਲੇ ਦਾ ਵਿੱਚ ਸਵਾਲ ਹੈ ਕਿ ਤੁਹਾਡੇ ਖਰਚੇ ਕਿੰਨੇ ਨੇ, ਤੁਸੀਂ ਕਿਵੇਂ ਉਹ ਮੈਨੇਜ ਕਰਨੇ ਨੇ। ਦੂਜਾ, ਪੰਜਾਬ ਅੱਜ ਵੀ ਜਿਹੜੀ ਖਪਤ ਦੇ ਮਾਮਲੇ ਦੇ ਵਿੱਚ ਹੈ, ਖਪਤਕਾਰ ਸਟੇਟ ਦੇ ਮਾਮਲੇ 'ਚ ਨੰਬਰ 1 ਹੈ ਦੇਸ਼ 'ਚ। ਖਪਤ ਦਾ ਮਤਲਬ ਹੈ ਇੱਥੇ ਚੀਜ਼ਾਂ ਦੇਸ਼ 'ਚ ਸਭ ਤੋਂ ਵੱਧ ਲੋਕ ਲੈਂਦੇ ਨੇ, ਖਾਂਦੇ ਨੇ, ਪੀਂਦੇ ਨੇ, ਰਹਿੰਦੇ ਨੇ। ਤੁਹਾਡਾ ਟੈਕਸ ਦੀ ਸਲਾਈਵ ਬਾਕੀ ਸਾਰੇ ਰਾਜਾਂ ਨੂੰ ਨੀਚੇ ਕਿਉਂ ਹੈ? ਇਹਦਾ ਮਤਲਬ ਟੈਕਸ ਚੋਰੀ ਵੱਡੇ ਪੱਧਰ ਤੇ ਹੋ ਰਹੀ ਹੈ। ਮੈਨੂੰ ਲੱਗਦਾ ਕਿ ਸਧਾਰਨ ਬੰਦਾ ਤਾਂ ਟੈਕਸ ਚੋਰੀ ਕਿਤੇ ਨਹੀਂ ਕਰ ਸਕਦਾ, ਔਰ ਰਸੂਖ ਵਾਲੇ ਬੰਦੇ ਹੀ ਟੈਕਸ ਚੋਰੀ ਕਰਦੇ ਨੇ ਵੱਡੇ ਪੈਮਾਨੇ ਦੇ ਉੱਤੇ। ਉਹ ਟੈਕਸ ਚੋਰੀ ਦੇ ਪਲੱਗਿੰਗ ਕਿਉਂ ਨਹੀਂ ਹੋ ਰਹੀ? ਉਹ ਕਿੱਥੇ ਲੂਪ ਹੋਲ ਹੈ? ਤੁਹਾਡੇ ਅਧਿਕਾਰੀ ਕੀ ਕਰਦੇ ਨੇ, ਤੁਸੀਂ ਕੀ ਕਰਦੇ ਹੋ, ਤੁਹਾਡਾ ਸਿਸਟਮ ਕੀ ਕਰਦਾ ਹੈ? ਉਹਦੇ ਵਿੱਚ ਵੀ ਤਾਂ ਸੋਚਣ ਦਾ ਕੁਐਸਚਨ ਹੈ। ਔਰ ਉਹ ਕੋਈ ਨਹੀਂ ਕਹਿ ਰਿਹਾ, ਨਾ ਤੁਹਾਡੇ ਕੋਲ ਕੋਈ ਫਾਰਮੂਲਾ ਹੈ ਕਿ ਅਸੀਂ ਐਂ ਨਹੀਂ ਕਰਦੇ, ਐਂ ਕਰ ਲਾਂਗੇ। ਔਰ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਲਿਆਂਦਾ ਸੀ ਕਿ ਅਸੀਂ GST ਲਿਆ ਰਹੇ ਹਾਂ, ਇਹਦੇ ਨਾਲ ਗੱਲ ਹੋ ਜੂ, ਔਰ ਸਾਰੇ ਵਪਾਰੀਆਂ ਤੋਂ ਲੈ ਕੇ ਸਾਰੇ ਲੋਕ ਕਹਿੰਦੇ ਨੇ ਕਿ ਟੈਕਸ ਚੋਰੀ ਪਹਿਲਾਂ ਨਾਲੋਂ ਵੱਧ ਚੁੱਕੀ ਹੈ, ਪਹਿਲਾਂ ਨਾਲੋਂ ਘਟੀ ਨੇ। GST ਦੇ ਪੈਣਾ ਨਾਲ ਤਾਂ ਵਪਾਰੀ ਦੁਖੀ ਕੀਤਾ ਤੇ ਨਾਲੇ ਤੁਸੀਂ ਮਤਲਬ ਟੈਕਸ ਚੋਰੀ ਵੀ ਜ਼ਿਆਦਾ ਵਧਾਤੀ ਹੈ ਉਸੇ ਤਰੀਕੇ ਦੇ ਨਾਲ। ਤੁਹਾਨੂੰ ਇੱਕ ਨਵੇਂ ਉਸੇ ਸਾਧਨ ਸੋਚਣੇ ਪੈਣਗੇ ਜਿਹੜੇ ਵਸੀਲਾ। ਦੂਜੀ ਗੱਲ, ਲੋਕ ਵੀ ਤੁਹਾਡੀ ਮਦਦ ਕਰ ਸਕਦੇ ਨੇ, ਬਾਹਰੋਂ ਵੀ ਲੋਕ ਮਦਦ ਕਰ ਸਕਦੇ ਨੇ, ਪਰ ਤੁਹਾਡੇ ਤੇ ਯਕੀਨ ਹੋਵੇ ਕਿ ਤੁਸੀਂ ਨਿਰਪੱਖ, ਤੁਸੀਂ ਦਿਆਨਤਦਾਰੀ ਨਾਲ ਪੰਜਾਬ ਨੂੰ ਉੱਪਰ ਉਠਾਉਣਾ ਚਾਹੁੰਦੇ ਹੋ, ਤੁਸੀਂ ਆਪਦਾ ਸਵਾਰਥ ਛੱਡ ਕੇ ਤੁਸੀਂ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ। ਇਹ ਹੋ ਜੂਗਾ ਇਹੀ ਇੱਥੇ ਦਾ ਸਭ ਨੂੰ ਤਾਂ ਇਹ ਹੈ ਕਿ ਤੁਸੀਂ ਤਾਂ ਆਪਣੀਆਂ ਜੇਬਾਂ ਭਰਨ ਲਈ ਬੈਠੇ ਹੋ, ਤਾਂ ਯਕੀਨ ਕਿਉਂ ਕਰੇਗਾ ਕੋਈ? ਕਿਉਂ ਟੈਕਸ ਦਿਓ? ਲੋਕ ਵੀ ਤਾਂ ਟੈਕਸ ਚੋਰੀ ਇਸ ਕਰਕੇ ਵੀ ਤਾਂ ਕਰਦੇ ਨੇ ਅੱਧੇ, ਵੀ ਉਹਨਾਂ ਦੀ ਜੇਬ 'ਚ ਜਾਣੇ ਨੇ, ਇਹਦੇ ਨਾਲ ਕਿਹੜਾ ਪੰਜਾਬ ਸੁਧਰ ਜਾਣਾ। ਲੋਕ ਇਹ ਕਹਿੰਦੇ ਨੇ ਵੀ ਅਸੀਂ ਸੜਕ ਤੇ ਚੱਲਣਾ, ਆਪਦੀ ਜੇਬ 'ਚੋਂ ਟੋਲ ਕਟਾਉਂਦੇ ਹਾਂ, ਤੁਹਾਡੇ ਤੋਂ ਕੀ ਲੈਣਾ? ਅਸੀਂ ਹਸਪਤਾਲ ਜਾਣਾ, ਆਪਦੀ ਜੇਬ 'ਚੋਂ ਖਰਚਾ ਕਰਨਾ, ਤੁਹਾਡੇ ਤੋਂ ਕੀ ਲੈਣਾ? ਹੌਲੀ ਹੌਲੀ ਡਿਮਾਂਡ ਇਹ ਉੱਠਣ ਲੱਗ ਜੂ, ਤੁਹਾਡੀ ਸਰਕਾਰ ਤੋਂ ਕੀ ਲੈਣਾ? ਠੇਕੇ ਤੇ ਦੇ ਦਿੰਦੇ ਆ। ਤੁਸੀਂ ਕਾਹਦੇ ਲਈ ਬੈਠੇ ਹੋ? ਸ਼ਾਇਦ ਇਹਦੋਂ ਸਸਤੀ ਪੈ ਜੇ ਜਿਹੜੇ ਤੁਸੀਂ ਬੈਠੇ ਹੋਏ ਹੋ ਉਸ ਪੱਧਰ ਦੇ ਉੱਤੇ। ਇਸ ਕਰਕੇ ਇੱਕ ਜਿਹੜਾ ਤਰੀਕਾ ਹੈ ਟੋਟਲ ਸਿਸਟਮ 'ਚ ਬਦਲਣ ਦਾ, ਕੁਝ ਸਟਰਕਚਰਲ ਗੱਲਾਂ ਨੇ, ਕੁਝ ਬੁਨਿਆਦੀ ਗੱਲਾਂ ਨੇ। ਪੰਜਾਬ ਜਿੰਨਾ ਚਿਰ ਉਹਦੇ ਤੇ ਨਹੀਂ ਆਉਂਦਾ, ਜਿਵੇਂ ਫੈਡਰਲਿਜ਼ਮ ਦਾ ਇੱਕ ਇਸ਼ੂ ਹੈ ਜਿਹੜਾ ਕਿਸਾਨ ਅੰਦੋਲਨ ਉਭਾਰ ਰਿਹਾ ਔਰ ਸੰਵਿਧਾਨਕ ਵੀ ਹੈ, ਇਹਦੇ ਤੇ ਸਟੈਂਡ ਲੈਣਾ ਪਊਗਾ ਪਾਰਟੀਆਂ ਨੂੰ ਜਿਹੜੀਆਂ ਨਹੀਂ ਲੈ ਰਹੀਆਂ। ਇਹ ਤਿੰਨੇ ਪਾਰਟੀਆਂ ਤਾਂ ਲੈ ਨਹੀਂ ਸਕਦੀਆਂ। ਉਹਦਾ ਕਾਰਨ ਹੈ ਕਾਂਗਰਸ ਜੇ ਫੈਡਰਲਿਜ਼ਮ ਤੇ ਸਟੈਂਡ ਲੈਂਦੀ ਹੈ ਤਾਂ ਪਹਿਲਾਂ 356 ਨਾਲ ਤੋੜਦੀ ਸਰਕਾਰਾਂ ਆ ਰਹੀ ਹੈ ਤੇ ਉਹ ਕਿਵੇਂ ਸਟੈਂਡ ਲੈਊਗੀ? ਕਿਉਂਕਿ ਉਹਨੇ ਵੀ ਕਿੰਨੇ ਹੀ ਰਾਜਾਂ ਦੇ ਅਧਿਕਾਰ ਸੰਘੋੜੇ ਨੇ। ਔਰ ਇਸੇ ਤਰ੍ਹਾਂ BJP ਤਾਂ ਆਈ ਉਸੇ ਲਈ ਰਹੀ ਹੈ। ਤੇ ਜਿਹੜੇ ਅਕਾਲੀ ਤੇ ਆਮ ਆਦਮੀ ਪਾਰਟੀ, ਇਹਨਾਂ ਨੇ ਨਾਗਰਿਕ ਸੋਧ ਬਿੱਲ ਦੇ ਵੀ ਪੱਖ 'ਚ ਵੋਟ ਪਾਈ ਹੈ ਪਾਰਲੀਮੈਂਟ 'ਚ, ਇਹਨਾਂ ਨੇ 370 ਤੋੜਨ ਦੇ ਵੀ ਪੱਖ 'ਚ ਵੋਟ ਪਾਈ ਹੈ ਪਾਰਲੀਮੈਂਟ 'ਚ। ਇਹਨਾਂ ਨੇ ਸਾਰੇ ਉਹ ਕਿਵੇਂ ਕਰਨਗੇ? ਪਹਿਲਾਂ ਤਾਂ ਉੱਤੇ ਸਪਸ਼ਟਤਾ ਚਾਹੀਦੀ ਹੈ ਦਿਮਾਗ 'ਚ ਕਿ ਅਸੀਂ ਇਸ ਗੱਲ ਤੇ ਖੜਨਾ ਹੈ। ਜਦੋਂ ਖੜਦੇ ਹੋ ਤਾਂ ਕਈ ਆਪਸ਼ਨਾਂ ਆ ਜਾਂਦੀਆਂ ਨੇ ਨਵੀਆਂ ਤੁਹਾਡੇ ਕੋਲ। ਤੇ ਦੂਜੀ ਗੱਲ,
ਸਾਡੀਆਂ ਜਿਹੜੀਆਂ ਤਿੰਨੋਂ ਮੇਨ ਪਾਰਟੀਆਂ ਨੇ ਜਿਹੜੀਆਂ ਸੱਤਾ ਦੀਆਂ ਦਾਅਵੇਦਾਰ ਨੇ, ਇਹਨਾਂ ਨੂੰ ਕਹੋ ਪਾਕਿਸਤਾਨ ਨਾਲ ਰਿਲੇਸ਼ਨਾਂ ਤੇ ਤੁਹਾਡਾ ਕੀ ਵਿਚਾਰ ਹੈ। ਸਾਰੇ ਸਖਤ ਇਲੈਕਸ਼ਨ ਦੇ ਦਿੰਦੇ ਨੇ, ਕਹਿੰਦੇ ਨੇ ਨਹੀਂ ਜੀ ਪਾਕਿਸਤਾਨ ਨਾਲ ਸਾਡਾ ਫੌਜੀ ਲੜੂਗਾ, ਸਾਡਾ ਜੇ ਕਰੂਗਾ। ਤੁਸੀਂ ਵਪਾਰ ਦੀ ਗੱਲ ਨਹੀਂ ਹੁੰਦੀ। ਤੁਸੀਂ ਕਿਉਂ ਨਹੀਂ ਕਹਿੰਦੇ ਕਿ ਵਪਾਰ ਜੇ ਕਰਾਚੀ ਤੇ ਬੰਬੇ ਰਾਹੀਂ ਹੋ ਰਿਹਾ, ਔਰ ਜਿਹਦੇ 'ਚ ਇੱਕ ਬੜੀ ਪੁਰਾਣੀ ਕ੍ਰਿਡ ਦੀ ਇੱਕ ਸਟੱਡੀ ਹੈ, 15 ਸਾਲ ਪੁਰਾਣੀ ਹੈ, ਹੁਣ ਦੀ ਬਣੀ। ਉਹ ਇਹ ਕਹਿੰਦੇ ਨੇ ਵੀ ਜਿਹੜੀ ਇੱਥੇ ਕਪਾਹ ਦੀ ਗੰਢ ਜੇ ਅਸੀਂ ਬੰਬੇ ਤੋਂ ਕਰਾਚੀ ਲਿਜਾਣੀ ਹੈ, 1800 ਰੁਪਏ ਪ੍ਰਤੀ ਗੰਢ ਕੇਵਲ ਟਰੈਵਲਿੰਗ ਦਾ ਜ਼ਿਆਦਾ ਖਰਚਾ ਹੈ, ਬਾਕੀ ਤਾਂ ਛੱਡੋ। ਤੇ ਜੋ ਇੱਥੇ ਹੁਸੈਨੀ ਵਾਲੇ ਬਾਗਾ ਬਾਰਡਰ ਸਾਦਕੀ ਸੁਲੇਮਾਨ ਦੀ ਲਿਜਾਣੀ ਹੋਵੇ ਤਾਂ 1800 ਰੁਪਏ ਤਾਂ ਗੰਢ ਵੈਸੇ ਹੀ ਸਸਤੀ ਹੋਗੀ, ਤੇ ਤੁਸੀਂ ਇੱਕ ਦੂਜੇ ਨਾਲ ਵਪਾਰ ਕਰ ਸਕਦੇ ਹੋ। ਅੰਮ੍ਰਿਤਸਰ ਦਾ ਅੱਧਾ ਵਪਾਰੀ ਆ ਹੁਣ ਰੌਲੇ ਤੋਂ ਬਾਅਦ ਵਿਹਲਾ ਹੋਇਆ ਬੈਠਾ ਹੈ, ਲਗਭਗ 15,000 ਬੰਦੇ ਚਲਾ ਗਿਆ, ਕੁਲੀ ਵਿਹਲੇ ਬੈਠੇ ਨੇ, ਬਾਕੀ ਦੇ ਲੋਕ ਵਿਹਲੇ ਬੈਠੇ ਨੇ, ਬੇਰੁਜ਼ਗਾਰ ਹੋਏ ਬੈਠੇ ਨੇ। ਤੇ ਇਹ ਮੂਵਮੈਂਟ ਕਿਉਂ ਨਹੀਂ ਹੈ ਸਾਡੀਆਂ ਪਾਰਟੀਆਂ, ਇਹ ਪੋਲੀਟੀਕਲ ਮਾਹੌਲ ਕਿਉਂ ਨਹੀਂ ਬਣਾਉਂਦੀਆਂ ਕਿ ਸਾਡਾ ਜੇ ਵਪਾਰ ਖੁੱਲੂਗਾ, ਇੱਥੇ ਵਪਾਰ ਵਧੂਗਾ, ਵਪਾਰੀ ਨੂੰ ਫਾਇਦਾ ਹੋਊਗਾ, ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਤੇ ਖੇਤੀ ਦਾ ਲਾਹੇਵੰਦ ਭਾਅ ਮਿਲ ਜੂਗਾ। ਜੇ ਬਾਹਰ ਕਿਤੇ ਨੇੜੇ ਵੇਚਣ ਦੀ ਜਾਣਾ, ਉਹ ਈਰਾਨ ਤੱਕ, ਬਾਬਾ ਨਾਨਕ ਇਰਾਕ ਮੱਕੇ ਤੱਕ ਚਲਾ ਗਿਆ ਸੀ ਉਦੋਂ, ਤੇ ਹੁਣ ਰਾਸ਼ਟਰੀ ਹੱਦਾਂ ਕਰਕੇ ਅਸੀਂ ਬੰਦ ਸਲਾਤੀ ਹੈ ਕਿ ਤੁਸੀਂ ਨਹੀਂ ਜਾ ਸਕਦੇ ਕਿਸੇ ਵੀ ਰੂਪ ਦੇ ਵਿੱਚ। ਉਸ ਪਾਸੇ ਵੱਲ ਤੋੜਨ ਦਾ ਸਵਾਲ ਹੈ। ਤੇ ਸਾਡੀ ਸਿਆਸਤ ਨੂੰ ਇੱਕ ਡੀਸੈਂਟਰਲਾਈਜੇਸ਼ਨ ਆਫ ਪਾਵਰ ਦਾ ਸਵਾਲ ਹੈ। ਤੁਸੀਂ ਦੇਖੋ ਕਿ ਜਿਹੜਾ ਸਾਰਾ ਮਾਲ ਛਕਦੇ ਨੇ ਉੱਪਰ ਫੈਡਰਲਿਜ਼ਮ ਦੀ ਮੰਗ ਕਰਨੀ ਜਾਇਜ਼ ਹੈ, ਪਰ ਜੇ ਫੈਡਰਲਿਜ਼ਮ ਦੀ ਤਾਕਤ ਆ ਕੇ ਇੱਥੇ ਹੀ ਰੁਕ ਗਈ ਤਾਂ ਇਹੀ ਸਾਰੇ ਸਕੀ ਸ਼ਕਾਈ ਗਏ, ਫਿਰ ਵੀ ਫਾਇਦਾ। ਉਹਨੂੰ ਨੀਚੇ ਵੀ ਜਾਣਾ ਚਾਹੀਦਾ। 73ਵੀਂ ਸੰਵਿਧਾਨਕ ਸੋਧ ਹੈ, 27 ਸਾਲ ਹੋ ਗਏ, 29 ਵਿਭਾਗਾਂ ਦੇ ਜਿਹੜੇ ਵਿੱਤੀ ਫਾਈਨਾਂਸ ਉਹਦਾ, 29 ਵਿਭਾਗਾਂ ਦੇ ਕਰਮਚਾਰੀ, 29 ਵਿਭਾਗਾਂ ਦਾ ਕੰਟਰੋਲ ਪੂਰਾ ਪੰਚਾਇਤੀ ਰਾਜ ਸੰਸਥਾਵਾਂ ਦੇ ਹਵਾਲੇ ਕਰਨਾ ਸੀ। ਪੌਣੇ 5 ਡਿਪਾਰਟਮੈਂਟ ਦਿੱਤੇ ਹੋਏ ਨੇ, ਉਹ ਵੀ ਸਿੱਖੀ ਸੇਵਕੀ ਦਿੱਤੀ ਹੋਈ ਆ, ਪੈਸਾ ਕੋਈ ਨਹੀਂ ਦਿੱਤਾ। ਤੇ ਜੇ ਕੇਰਲਾ ਦਾ 25 ਤੋਂ 30% ਬਜਟ ਸਟੇਟ ਦਾ ਪੰਚਾਇਤੀ ਰਾਜ ਸੰਸਥਾਵਾਂ ਨੂੰ ਜਾ ਸਕਦਾ ਹੈ, ਜੇ ਕਰਨਾਟਕਾ ਦਾ 40% ਬਜਟ ਪੰਚਾਇਤੀ ਰਾਜ ਸੰਸਥਾਵਾਂ ਨੂੰ ਜਾ ਸਕਦਾ ਹੈ, ਤਾਂ ਸਾਡਾ ਕਿਉਂ ਨਹੀਂ ਜਾਂਦਾ ਭਾਈ। ਤੇ ਇਸੇ ਤਰ੍ਹਾਂ 18 ਡਿਪਾਰਟਮੈਂਟ ਲੋਕਲ ਬਾਡੀਜ਼ ਨੂੰ ਨੇ, 18 74ਵੀਂ ਸੰਵਿਧਾਨਕ ਸੋਧ ਦੇ ਤਹਿਤ ਉਹਦੇ ਕਰਮਚਾਰੀ ਤੇ ਉਹਦਾ ਫਾਈਨਾਂਸ ਤੇ ਉਹਦੇ ਕੰਮ, ਇਹ ਤਿੰਨੇ ਇਹ ਕਿਉਂ ਨਹੀਂ ਦੇ ਰਹੇ ਤੁਸੀਂ ਉਦੋਂ ਤੋਂ ਲੈ ਕੇ? ਇਹ ਕਿਹੜੀ ਪਾਰਟੀ ਦਾ ਏਜੰਡਾ ਜਾਂ ਕਿਹੜਾ ਪੰਜਾਬ ਦੇ ਵਿੱਚ ਏਜੰਡਾ ਉੱਠ ਰਿਹਾ ਇਸ ਪੱਧਰ ਦਾ? ਉਹ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੈ। ਉਹ ਸਾਰੀਆਂ ਚੀਜ਼ਾਂ ਮਿਲ ਕੇ ਨਾ ਕੋਈ ਚੀਜ਼ ਭਰਦੀ ਹੈ। ਹੁਣ ਐਡਾ ਵੱਡਾ ਸੰਕਟ ਹੈ, ਕੋਈ ਇਕੱਲੀ ਇੱਕ ਚੀਜ਼ ਨਹੀਂ ਨਾ ਖਜ਼ਾਨਾ ਭਰ ਸਕਦੀ ਹੈ, ਨਾ ਪੰਜਾਬ ਨੂੰ ਬਚਾ ਸਕਦੀ ਹੈ। ਸਰ ਹੁਣ ਵਾਅਦੇ ਕੀਤੇ ਗਏ ਨੇ, ਮੇਰਾ ਇੱਕ ਹੋਰ ਸਵਾਲ ਹੈ ਕਿ ਹੁਣ ਵਾਅਦੇ ਕੀਤੇ ਗਏ ਨੇ, ਵਾਅਦਿਆਂ ਵਿੱਚ ਜਿਵੇਂ ਮੈਂ ਕਹਿ ਰਿਹਾ ਵੀ ਹਰ ਚੀਜ਼ ਮੁਫਤ ਦੀ ਗੱਲ ਕੀਤੀ ਜਾ ਰਹੀ ਹੈ, ਕੋਈ ਸਿਹਤ ਦੀ ਗੱਲ ਨਹੀਂ ਕਰਦਾ, ਕੋਈ ਪਾਣੀ ਦੀ ਗੱਲ ਨਹੀਂ ਕੀਤੀ। ਤੁਸੀਂ ਵੀ ਹੁਣ ਪੱਤਰਕਾਰੋਂ ਕਵਰ ਕਰਨ ਜਾਂਦੇ ਹੋ, ਮਿਲਦੇ ਵੀ ਜਾ ਕੇ, ਸ਼ਾਇਦ ਤੁਹਾਨੂੰ ਕਿਤੇ ਕੋਈ ਯਾਦ ਹੋਊਗਾ ਕਿਸੇ ਨੇ ਪਾਣੀ ਦੀ, ਸਿਹਤ ਦੀ, ਸਿੱਖਿਆ ਦੀ, ਮੁੰਡੇ ਬਾਹਰ ਜਾ ਰਹੇ ਨੇ, ਰੋਜ਼ਗਾਰ ਦੀ ਗੱਲ ਕੀਤੀ ਹੋਵੇ। ਮੁਫਤ ਕਹਿ ਕੇ ਵੋਟਾਂ ਬਟੋਰਨ ਦੇ ਚੱਕਰ ਵਿੱਚ ਹੈਗੇ ਨੇ। ਫਿਰ ਇਸ ਪਾਸੇ ਕਿਉਂ ਨਹੀਂ ਚੱਲਦੀ ਕਿ ਵਾਕਈ ਹੀ ਪੰਜਾਬ ਦੇ ਲੋਕ ਵੀ ਸਮਝਦੇ ਨੇ, ਮੁਫਤ ਤਾਂ ਕਹਿਦੇ ਨੇ, ਪਰ ਸਾਡੀ ਸਿਹਤ ਕਿੱਥੇ ਹੈ? ਸਿਹਤ ਦੀ ਜੋ ਇਹਨਾਂ ਨੇ ਦੇਣਾ ਹੁੰਦਾ ਉਹ ਕਿੱਥੇ ਹੈ? ਹਸਪਤਾਲ ਬਾਰੇ ਇਹਨਾਂ ਨੇ ਕੀ ਕੀਤਾ? ਸਿੱਖਿਆ ਬਾਰੇ ਕੀ ਕੀਤਾ ਇਹਨਾਂ ਨੇ? ਜੇ ਦੂਸਰੇ ਪਾਸੇ ਖਜ਼ਾਨੇ ਦੀ ਗੱਲ ਕਰਨੇ ਆ, ਤੇ ਖਜ਼ਾਨੇ ਵਿੱਚ ਜੇ ਪੈਸਾ ਆਉਂਦਾ ਜਾਂਦਾ ਰਹਿੰਦਾ, ਫਿਰ ਇਹਨਾਂ ਨੇ ਕਰਜ਼ਾ ਕਿਉਂ ਨਹੀਂ ਲਾਇਆ? ਜੋ ਵੀ ਵਿਆਜ ਹੈ, ਵਿਆਜ ਦੇਣ ਲੱਗੇ ਤੁਸੀਂ 20,000 ਕਰੋੜ ਦੀ ਜ਼ਿਕਰ ਕਰਦੇ ਹੋ, ਫਿਰ ਉਹ ਸਮੱਸਿਆ ਤੇ ਕਿਉਂ ਨਹੀਂ ਗੱਲ ਕੀਤੀ ਜਾਂਦੀ ਜਿਹੜੀ ਪੰਜਾਬ ਦੀ ਐਕਚੁਅਲੀ ਸਮੱਸਿਆਵਾਂ ਨੇ? ਇਹ ਮੁਫਤ ਵਾਲੇ ਪਾਸੇ ਕਿਉਂ ਚੱਲੇ ਹੋਏ ਨੇ ਕਿ ਵਾਕਈ ਜੀ ਮੁਫਤ ਇਹਨਾਂ ਨੇ ਕਹਿ ਕੇ ਚੀਜ਼ਾਂ ਵੰਡਣੀਆਂ ਨੇ, ਫਿਰ ਲੋਕ ਵੀ ਤਿਆਰ ਰਹਿਣ ਕਿ ਕਰਜ਼ਾ ਵੀ ਲੋਕਾਂ ਨੇ ਲਾਣਾ। ਜਿਵੇਂ ਤੁਸੀਂ ਕਹਿ ਰਹੇ 1% ਟੈਕਸ ਲੱਗਿਆ, ਫਿਰ ਅੱਗੇ ਜਾ ਕੇ ਹੋਰ ਟੈਕਸ ਲਾਣਗੇ ਵੀ ਸਾਡੇ ਸੇ ਇਹਨਾਂ ਕਰਜ਼ਾ ਵੀ ਹੁਣ ਲੋਕਾਂ ਨੇ ਲਾਣਾ। ਜੇ ਲੋਕਾਂ ਨੇ ਕਰਜ਼ਾ ਲਾਣਾ, ਫਿਰ ਲੋਕਾਂ ਵਾਸਤੇ ਦਿੱਤਾ ਕੀ ਹੈ? ਅਸਲ ਦੇ ਵਿੱਚ ਇਹ ਹੈ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਨਾ, ਅੰਮ੍ਰਿਤਸਰ 'ਚ ਇੱਕ ਬਹੁਤ ਪੁਰਾਣਾ ਕਿਡਨੀ ਸਕੈਂਡਲ ਹੋਇਆ ਸੀ। ਜਿਹੜੇ ਡਾਕਟਰ ਨੂੰ ਆਮ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਵੇਚਣ ਦਾ ਚਸਕਾ ਪੈ ਜੇ, ਉਹਨਾਂ ਸਿਹਤ ਦੇ ਪਾਸੇ ਨਹੀਂ ਸੋਚਦਾ ਕਿ ਬੰਦਿਆਂ ਦੀ ਸਿਹਤ ਠੀਕ ਹੋਣੀ ਚਾਹੀਦੀ ਹੈ। ਤੁਸੀਂ ਇਹ ਸਾਡੇ ਪੋਲੀਟੀਸ਼ੀਅਨ ਦੇ ਮੂੰਹ ਉਹ ਕੂਨ ਲੱਗਿਆ ਹੋਇਆ, ਜਿਹੜਾ ਕਰਪਸ਼ਨ ਦਾ ਕੂਨ ਹੈ ਤੇ ਜਿਹੜਾ ਉਸ ਲੈਵਲ ਦੀਆਂ ਚੀਜ਼ਾਂ ਨੇ। ਇਸ ਲਈ ਜਿਵੇਂ ਉਹ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ, ਉਹ ਪੰਜਾਬ ਦੀਆਂ ਰੀਅਲ ਪ੍ਰੋਬਲਮਸ ਨੇ, ਸਮੱਸਿਆਵਾਂ ਨੇ, ਤੇ ਉਸੇ ਰਸਤੇ 'ਤੇ ਇਲਾਜ ਵੀ ਹੋਣ ਜਾਂਦਾ। ਤੁਸੀਂ ਜਾਂ ਤਾਂ ਤੁਹਾਨੂੰ ਪਤਾ ਨਹੀਂ, ਜਾਂ ਜਾਣ ਬੁੱਝ ਕੇ ਤੁਸੀਂ ਆਪਣੇ ਸਵਾਰਥ ਵੱਸ ਹੋ ਕੇ ਲੋਕਾਂ ਦਾ ਭਲਾ ਛੱਡ ਕੇ, ਲੋਕ ਸਰੋਕਾਰ ਛੱਡ ਕੇ ਜਾਣ ਬੁੱਝ ਕੇ ਅਣਜਾਣ ਬਣਦੇ ਹੋ। ਦੋਨੋਂ ਤਰ੍ਹਾਂ ਦਾ ਡਾਕਟਰ ਨਹੀਂ ਚਾਹੀਦਾ ਬੰਦੇ ਨੂੰ। ਜਿਹੜਾ ਜਾਣ ਬੁੱਝ ਕੇ ਬੰਦਾ ਮਾਰਦਾ ਉਹ ਤਾਂ ਉਦੋਂ ਵੀ ਖਤਰਨਾਕ ਹੈ। ਜਿਹੜਾ ਜਿਹਨੂੰ ਸਕੇਲੇ ਨਹੀਂ ਹੈ ਆਪਰੇਸ਼ਨ ਕਰਨ ਦੀ, ਆਉਂਦੀ ਉਹ ਨਹੀਂ, ਉਹ ਵੀ ਬੰਦਾ ਜ਼ਿਆਦਾ ਮਾਰੂਗਾ ਹੀ, ਉਹ ਵੀ ਨਹੀਂ ਚਾਹੀਦਾ। ਸਾਡਾ ਪੋਲੀਟੀਸ਼ੀਅਨ ਉਸ ਲੈਵਲ ਦਾ ਡਾਕਟਰ ਬਣਿਆ ਹੋਇਆ, ਸਮਾਜਿਕ ਡਾਕਟਰ ਨੇ ਨਾ, ਇਹ ਸਿਆਸੀ ਡਾਕਟਰ ਨੇ। ਅਸਲ 'ਚ ਆਪਾਂ ਕਿਵੇਂ ਉਹਨੂੰ ਕਰ ਰਹੇ ਹਾਂ, ਉਹਦੇ 'ਚ ਇੱਕ ਪ੍ਰੋਬਲਮ ਹੈ। ਮੰਨ ਲਓ ਆਹ ਜਿਹੜੀਆਂ ਸਾਰੀਆਂ ਚੀਜ਼ਾਂ ਦੀ ਆਪ ਗੱਲ ਹੈ, ਮੈਂ ਇੱਕੋ ਹੀ ਗੱਲ ਜੇਕਰ ਕਰਾਂ ਵੀ ਕਿੰਨਾ ਫਾਇਦਾ ਕੇਵਲ ਇੱਕ ਸਕੀਮ ਨਾਲ ਹੋ ਸਕਦਾ ਹੈ, ਸਿਹਤ ਦਾ ਤੇ ਵਾਤਾਵਰਨ ਦਾ ਤੇ ਰੁਜ਼ਗਾਰ ਦਾ। ਇੱਕ ਫੰਡਾਮੈਂਟਲ ਰਾਈਟ ਦੇ ਤੌਰ ਤੇ ਸਾਡੇ ਕੋਲ ਇੱਕ ਕਾਨੂੰਨ ਬਣਿਆ, ਉਹ ਹੈ ਮਹਾਤਮਾ ਗਾਂਧੀ ਪੇਂਡੂ ਰੋਜ਼ਗਾਰ ਗਰੰਟੀ ਯੋਜਨਾ, ਮਨਰੇਗਾ।
ਠੀਕ ਹੈ, ਉਹਨੂੰ ਬਣੀ ਨੂੰ 2006 ਤੋਂ ਲੈ ਕੇ 2005 ਦਾ ਐਕਟ ਹੈ, 2006 ਤੋਂ ਇੰਪਲੀਮੈਂਟਡ ਹੈ, ਸਾਡੇ ਸਾਹਮਣੇ ਹੈ, 15 ਸਾਲ ਸਾਡੇ ਕੋਲ ਹੋ ਗਏ, ਸਾਰੇ ਕਿਤੇ ਲਾਗੂ ਹੋਏ ਨੇ। ਹੁਣ ਉਹ 100 ਦਿਨ ਦੀ ਮਿਨੀਮਮ ਰੁਜ਼ਗਾਰ ਦੀ ਗਾਰੰਟੀ ਹੈ। ਇੱਕ ਵੀ ਸਰਕਾਰ ਦੱਸ ਦੇ ਜਾਂ ਇੱਕ ਵੀ ਆਪੋਜੀਸ਼ਨ ਪਾਰਟੀ ਸਰਕਾਰ ਦੱਸ ਦੇ ਕਿ 32 ਦਿਨਾਂ ਤੋਂ ਵੱਧ ਕੰਮ ਕਿਉਂ ਨਹੀਂ ਕਦੇ ਵੀ ਮਿਲਿਆ ਪੰਜਾਬ ਦੇ ਵਿੱਚ ਐਵਰੇਜ ਲੋਕਾਂ ਨੂੰ ਜਿਨ੍ਹਾਂ ਦੇ ਜੌਬ ਕਾਰਡ ਬਣੇ ਹੋਏ ਨੇ। ਤੇ ਜੇ ਨਹੀਂ ਮਿਲਿਆ ਤਾਂ ਕਿਸੇ ਅਧਿਕਾਰੀ ਦੇ ਖਿਲਾਫ ਕਦੇ ਕਾਰਵਾਈ ਹੋਈ, ਕਿਸੇ ਬੰਦੇ ਦੇ ਖਿਲਾਫ ਜਿਹਨੇ ਲਾਗੂ ਕਰਨਾ ਸੀ ਕਾਰਵਾਈ ਹੋਈ। ਜੇ ਸਰਕਾਰ ਨੇ ਨਹੀਂ ਦਿੱਤਾ ਤਾਂ ਕੋਈ ਆਪੋਜੀਸ਼ਨ ਦੱਸ ਦੇ ਉਹਨੇ ਕਦੇ ਤੇ ਅਸੈਂਬਲੀ 'ਚ ਸਵਾਲ ਕੀਤਾ, ਉਹਨੇ ਕਦੇ ਰੈਲੀ ਕੀਤੀ, ਉਹਨੇ ਕਦੇ ਮੁਜ਼ਾਹਰਾ ਕੀਤਾ ਸਰਕਾਰ ਨੂੰ ਜਵਾਬਦੇਹ ਬਣਾਉਣ ਦੇ ਵਾਸਤੇ, ਕਿਉਂ ਨਹੀਂ ਕੀਤਾ? ਤੇ ਅਗਲੀ ਗੱਲ, ਮਨਰੇਗਾ ਦਾ 2014 'ਚ ਇੱਕ ਅਮੈਂਡਮੈਂਟ ਹੋਈ ਹੈ ਔਰ ਕਿੰਨੇ ਬੰਦਿਆਂ ਨੂੰ ਪਤਾ ਇਹਨਾਂ 'ਚੋਂ ਮੈਨੂੰ ਨਹੀਂ ਪਤਾ, 60% ਪੈਸਾ ਖੇਤੀ 'ਚ ਖਰਚ ਹੋਣਾ ਉਹਦਾ। ਤਿੰਨ ਗੱਲਾਂ ਤੇ, ਮਿੱਟੀ ਤੇ, ਪਾਣੀ ਦੀ ਸੰਭਾਲ ਤੇ ਰੁੱਖਾਂ ਤੇ। ਤਿੰਨੇ ਗੱਲਾਂ ਸਾਡੇ ਜੀਵਨ ਨਾਲ ਸੰਬੰਧਿਤ ਨੇ। ਕਿਵੇਂ ਸੰਬੰਧਿਤ ਨੇ ਕਿ ਕੋਈ ਪੰਜਾਬ ਦੀ ਮਿੱਟੀ ਰਖੇਜਤਾ ਦੀ ਵੀ ਗੱਲ ਹੈ, ਪਾਣੀ ਸਾਡਾ ਅੰਡਰਗਰਾਊਂਡ ਜਿੱਥੇ ਜਾ ਰਿਹਾ ਉਹ ਸਾਡੇ ਸਾਹਮਣੇ ਹਾਲਾਤ ਨੇ। ਔਰ ਅਸੀਂ ਕਹਿੰਦੇ ਦਲਤਾਂ ਦੀ ਸਕੀਮ ਹੈ, ਦਲਤਾਂ ਦੀ ਸਕੀਮ ਹੈ, ਦਲਤਾਂ ਦੀ ਸਕੀਮ ਹੈ। ਕਿਸਾਨੀ, ਔਰ ਮੈਨੂੰ ਤਾਂ ਬਾਰ-ਬਾਰ ਇਹ ਵੀ ਆਉਂਦਾ ਕਿ ਕਿਸਾਨ ਜਥੇਬੰਦੀਆਂ ਦਾ ਵੀ ਇਹ ਏਜੰਡਾ ਕਿਉਂ ਨਹੀਂ ਹੈ, ਕਿਸਾਨ ਅੰਦੋਲਨ ਦਾ ਇਹ ਏਜੰਡਾ ਕਿਉਂ ਨਹੀਂ ਹੈ। 19,38,000 ਜੌਬ ਕਾਰਡ ਪੰਜਾਬ 'ਚ ਬਣਿਆ ਹੋਇਆ, ਇਹ 28 ਲੱਖ ਬਣ ਸਕਦਾ। 5 ਏਕੜ ਵਾਲਾ ਕਿਸਾਨ ਆਪਣੇ ਖੇਤ 'ਚ ਕੰਮ ਕਰਕੇ ਮਨਰੇਗਾ ਦੀ ਦਿਹਾੜੀ ਲੈ ਸਕਦਾ। ਤੇ ਜੇ ਉਹ ਕਿਸਾਨ ਨੂੰ ਮਿਲਦੀ ਹੈ 269 ਰੁਪਏ ਦਿਹਾੜੀ ਹੈ, 100 ਦਿਨ ਦਾ 26,900 ਰੁਪਇਆ ਉਹ ਮਿਲਦਾ, 40% ਮਟੀਰੀਅਲ ਕਾਸਟ ਹੈ। ਜੇ ਉਹ ਪਾ ਲਓ, ਜਿਹੜੇ ਕਿਸਾਨ ਨੂੰ 3-4 ਹਜ਼ਾਰ ਰੁਪਏ ਮਹੀਨੇ ਦੀ ਇਨਕਮ ਨਾਲ ਜੁੜ ਜੇ ਤਾਂ ਪਿੰਡ ਵੀ ਸੁਧਰ ਸਕਦੇ ਨੇ, ਤਾਂ ਟੈਕਸ ਪ੍ਰਣਾਲੀ ਵੀ ਇਹਨਾਂ ਦੀ ਸੁਧਰ ਸਕਦੀ ਹੈ। ਔਰ ਇਹਦੇ ਨਾਲ ਅਗਲੀ ਗੱਲ, ਔਰ ਜੇ ਪੰਜਾਬ ਜਿਹੜੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਬੜੇ ਵੱਡੇ 'ਚੋਂ, ਜਿਹੜੀ ਡਿਵਰਸੀਫਿਕੇਸ਼ਨ ਦੀ ਆਪਾਂ ਗੱਲ ਕਰਦੇ ਆ, ਪਾਣੀ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ, ਉਹ ਕਿਵੇਂ ਆ ਜਾਊਗੀ? ਕਿਉਂਕਿ ਕਿਸਾਨ ਨੂੰ ਇਹ ਪਤਾ ਹੀ ਨਹੀਂ ਕਿ ਮੈਨੂੰ ਫਿਰ ਸਪੋਰਟ ਕਿੱਥੋਂ ਮਿਲੂਗੀ। ਮਨਰੇਗਾ ਉਹਨੂੰ ਸਪੋਰਟ ਦੇਣ ਲਈ ਤਿਆਰ, ਉਹ ਕਣਕ ਤੇ ਝੋਨੇ ਤੇ ਨਹੀਂ ਲਾਗੂ ਹੁੰਦੀ, ਉਹ ਬਾਗਬਾਨੀ ਤੇ ਲਾਗੂ ਹੁੰਦੀ ਹੈ, ਕਿਸੇ ਵੀ ਚੀਜ਼ ਤੇ ਹੋਰ ਲਾਗੂ ਹੁੰਦੀ ਹੈ। ਤੇ ਇਦੋਂ ਅਗਲੀ ਗੱਲ, ਜੇ ਪੰਜਾਬ ਦੀਆਂ ਖਾਲੀ ਥਾਵਾਂ ਨੇ, ਪੰਜਾਬ ਦੀਆਂ ਸ਼ਾਮ ਲਾਟਾਂ ਨੇ, ਪੰਜਾਬ ਦੀਆਂ ਸੜਕਾਂ ਨੇ, ਪੰਜਾਬ ਦੀਆਂ ਸ਼ਮਸ਼ਾਨ ਘਾਟਾਂ ਨੇ, ਬੂਟੇ ਲਾ ਦਿੱਤੇ ਜਾਣ, ਬਾਕੀ ਕੰਮ ਛੱਡ ਦਿਓ, ਦਰਖਤ, ਰੁੱਖ, ਤੇ ਉਹ ਰੁੱਖਾਂ ਨੂੰ 3 ਸਾਲ ਲਈ ਪਾਲਣ ਵਾਸਤੇ ਪਰਮਾਨੈਂਟ 4-4 ਪਰਿਵਾਰਾਂ ਨੂੰ ਰੁਜ਼ਗਾਰ ਮਿਲਦਾ। ਜੇ ਪੰਜਾਬ ਦੇ ਵਿੱਚ, ਜੇ ਬਿਹਾਰ ਕਰ ਸਕਦਾ, ਜੇ ਰਾਜਸਥਾਨ ਦਾ ਇੱਕ ਜ਼ਿਲ੍ਹਾ ਕਰ ਸਕਦਾ, ਜੇ ਬਾਕੀ ਕਰ ਸਕਦੇ ਨੇ, ਅਸੀਂ ਕਿਉਂ ਨਹੀਂ ਕਰਦੇ? ਤੇ ਇਹਦੇ ਤੋਂ ਇਲਾਵਾ ਜਿੰਨੇ ਜੌਬ ਕਾਰਡ ਨੇ, ਹਰ 40 ਜੌਬ ਕਾਰਡ ਦੇ ਪਿੱਛੇ ਇੱਕ ਮੇਟ ਭਰਤੀ ਹੋਣਾ, ਤੇ ਹਰ ਪਿੰਡ 'ਚ ਇੱਕ ਰੁਜ਼ਗਾਰ ਸੇਵਕ, ਤੇ ਇੱਕ ਤੋਂ ਵੱਧ, ਜਿਹੜੇ ਵੱਡੇ ਪਿੰਡ ਨੇ, ਇੱਕ ਤੋਂ ਵੱਧ ਰੁਜ਼ਗਾਰ ਸੇਵਕ ਭਰਤੀ ਹੋਣੇ ਨੇ, ਤੇ ਡਾਟਾ ਐਂਟਰੀ ਆਪਰੇਟਰ, JEE 25,000 ਦੀ ਸੈਲਰੀ। ਤੇ ਇਹ ਸਭ ਕੁਝ ਸਟੇਟ ਬਜਟ 'ਚੋਂ ਨਹੀਂ ਜਾਂਦਾ, ਇਹ ਮਨਰੇਗਾ 'ਚੋਂ ਜਾਂਦਾ ਹੈ। ਤੇ ਜੇ ਸਟੇਟ ਦੀ ਪਾਰਟੀ ਕੋਈ ਇਹ ਕਹਿੰਦੀ ਹੈ ਕਿ ਅਸੀਂ ਰੁਜ਼ਗਾਰ ਦੇਣਾ ਹੈ, ਅਸੀਂ ਸਟੇਟ ਦੇ ਖਜ਼ਾਨੇ 'ਚ ਵੀ ਪੈਸੇ ਲੈ ਕੇ ਆਉਣੇ ਨੇ, ਤਾਂ ਜਿਹੜੀ ਚੀਜ਼ ਪੈਸੇ ਲਿਆ ਸਕਦੀ ਹੈ, 75,000 ਬੰਦੇ ਨੂੰ ਫਿਜ਼ੀਕਲ ਲੇਬਰ ਤੋਂ ਬਿਨਾਂ ਰੁਜ਼ਗਾਰ ਮਿਲਦਾ ਮਨਰੇਗਾ 'ਚ। ਐਵੇਂ 13,038 ਪੰਚਾਇਤਾਂ ਨੇ ਪੰਜਾਬ ਦੀਆਂ। ਜੇ ਇੱਕ ਪਿੰਡ 'ਚ ਇੱਕ, ਤੇ ਵੱਡੇ ਪਿੰਡ 'ਚ 2, ਐਵਰੇਜ 2 ਵੀ ਲਾ ਲਓ, 13 ਦੂਣੀ 26,000 ਬੰਦਾ, 15,000 ਤੇ ਰੁਜ਼ਗਾਰ ਸੇਵਕ ਭਰਤੀ ਕੀਤਾ ਜਾ ਸਕਦਾ। 28 ਲੱਖ ਜੌਬ ਕਾਰਡ 40 ਦੇ ਪਿੱਛੇ ਗਿਣਤੀ ਕਰਕੇ ਦੇਖ ਲਓ, ਲਗਭਗ 40,000 ਤੋਂ ਵੱਧ ਮੇਟ ਭਰਤੀ ਕੀਤਾ ਜਾ ਸਕਦਾ। ਤੇ ਉਹਨਾਂ ਦੇ ਡਾਟਾ ਐਂਟਰੀ ਆਪਰੇਟਰ 2500 ਜੌਬ ਕਾਰਡ ਪਿੱਛੇ ਤੁਹਾਨੂੰ JEE ਭਰਤੀ ਕਰਨੇ ਨੇ, ਤਿੰਨ ਜਿਹਨੂੰ 25,000 ਰੁਪਏ ਦੇ ਕਰਨਾ ਠੇਕੇ ਤੇ ਉੱਕਾ ਬੁੱਕਾ, ਮਨਰੇਗਾ ਦੇ ਮਟੀਰੀਅਲ ਬਜਟ 'ਚ ਉਹਨੂੰ ਪੈਸਾ ਮਿਲਣਾ। ਤੇ ਉਹ ਸਾਰੇ ਇਕੱਠੇ ਕਰਕੇ ਤੁਸੀਂ 75,000 ਨੌਕਰੀ ਪੈਦਾ ਕਰ ਸਕਦੇ ਹੋ, ਜਿਹੜੀ ਤੁਹਾਡਾ ਪੰਜੀ ਨਹੀਂ ਲੱਗਦੀ, ਜਿਹੜੇ ਤੁਹਾਡੇ ਖਜ਼ਾਨੇ 'ਚੋਂ ਤੁਸੀਂ ਕਹਿੰਦੇ ਹੋ ਗਵਰਨਮੈਂਟ ਆਫ ਇੰਡੀਆ ਤੋਂ ਤੁਸੀਂ ਉਸ ਲੈਵਲ ਤੇ ਮੰਗਵਾ ਸਕਦੇ ਹੋ। ਚੀਜ਼ਾਂ ਮੰਗਵਾ ਨਹੀਂ ਸਕਦੇ ਕਿਉਂਕਿ ਫੰਡਾਮੈਂਟਲ ਰਾਈਟ ਹੈ, ਦੇਣੀਆਂ ਹੀ ਪੈਣਗੀਆਂ ਜੇ ਤੁਸੀਂ ਠੀਕ ਚੱਲ। ਇੱਕ ਵੀ ਜਗ੍ਹਾ ਤੁਸੀਂ, ਤੁਹਾਡਾ ਕੋਈ BDO, ਤੁਹਾਡੀ ਕੋਈ ਪੰਚਾਇਤ ਕਾਨੂੰਨ ਮੁਤਾਬਕ ਕੰਮ ਕਰਾਉਂਦੀ ਹੈ ਤਾਂ ਮੈਨੂੰ ਦੱਸ ਦਿਓ। ਜੇ ਸਭ ਕੁਝ ਗੈਰ ਕਾਨੂੰਨੀ ਚੱਲਣਾ ਪੰਜਾਬ ਦੇ ਵਿੱਚ, ਤਾਂ ਪੰਜਾਬ 'ਚੋਂ ਇੱਕ ਸੁਧਾਰ ਕਿਵੇਂ ਦੇਣਗੀਆਂ ਪਾਰਟੀਆਂ? ਪਹਿਲਾਂ ਉਹ 'ਤੇ ਸਟੱਡੀ ਕਰੋ, ਉਹਨਾਂ ਚੀਜ਼ਾਂ ਨੂੰ ਸਮਝੋ, ਫਿਰ ਉਹਨੂੰ ਸਮਝ ਕੇ ਉਸ ਦੀ ਸਪਿਰਿਟ 'ਚ ਲਾਗੂ ਕਰੋ, ਫਿਰ ਕੋਈ ਉਮੀਦ ਬਣਦੀ ਹੈ। ਫਿਰ ਉਹ ਸਾਰੇ ਜਿਹੜੇ ਗਰੀਬ ਲੋਕ ਇਕੱਠੇ ਹੋਣਗੇ, ਔਰ ਜੇ ਉਹਨੇ ਦਰਖਤ ਲੱਗ ਜਾਂਦੇ ਨੇ, ਅੱਧੇ ਫਲਦਾਰ ਲਾ ਦਿਓ, ਅੱਧੇ ਫੁੱਲਦਾਰ ਲਾ ਦਿਓ। ਹਰ ਪਿੰਡ 'ਚ ਜੇ 5,000 ਬੂਟਾ ਲੱਗਦਾ ਹੈ, 2,500 ਫਲ ਵਾਲਾ ਲੱਗ ਜਾਂਦਾ ਹੈ, ਨੌਕਰੀਆਂ ਤਾਂ ਪੈਦਾ ਹੋਣਗੀਆਂ ਹੀ। ਉਹ ਫਲ ਖਾ ਕੇ ਲੋਕ ਘੱਟੋ ਘੱਟ ਬਿਮਾਰੀ ਨਾਲ ਲੜਨ ਦੀ ਤਾਕਤ ਵਧੂਗੀ। ਇੰਨੇ ਮਹਿੰਗੇ ਫਲ ਨਹੀਂ ਖਾਧੇ ਜਾ ਸਕਦੇ ਜਿੰਨੇ ਮਰਜ਼ੀ। ਅਗਲੀ ਗੱਲ ਇਹ ਹੈ ਕਿ ਉਹ ਫਲ ਇੰਨੇ ਖਾਧੇ ਨਹੀਂ ਜਾਣੇ, ਫਿਰ ਪੰਚਾਇਤ ਕੀ ਕਰੇ? ਪਿੰਡ ਦੇ ਗਰੀਬ ਮੁੰਡਿਆਂ ਨੂੰ ਰੇਹੜੀਆਂ ਲੈ ਕੇ ਦੇਵੇ, ਜਾਓ ਬਾਕੀ ਸ਼ਹਿਰ ਤੇ ਪਿੰਡਾਂ 'ਚ ਫਲ ਵੇਚ ਕੇ ਆਓ, ਅੱਧੇ ਤੁਸੀਂ ਰੱਖ ਲਿਓ ਤੇ ਅੱਧੇ ਸਾਨੂੰ ਦੇ ਦਿਓ। ਪੰਚਾਇਤਾਂ ਦੀ ਇਨਕਮ ਵੀ ਵਧੇਗੀ ਉਹ ਸਾਰੇ ਸੈਟਅਪ ਦੇ ਨਾਲ। ਤੇ ਉਦੋਂ ਬਾਅਦ ਜਿੰਨੇ ਦਰਖਤ ਲੱਗੇ ਹੋਣਗੇ ਉਹਨਾਂ ਨਾਲ ਹਵਾ ਵੀ ਸ਼ੁੱਧ ਹੋਊਗੀ, ਵਾਤਾਵਰਨ ਸ਼ੁੱਧ ਹੋਏਗਾ। ਜਦੋਂ ਬਿਮਾਰੀ ਤੇ ਕਾਸਟ ਘਟਦੀ ਆ, ਲੋਕਾਂ ਦੀ ਆਮਦਨ ਵੱਧ ਜਾਏਗੀ। ਤੇ ਉਹ ਸਾਰੀਆਂ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ। ਜੇ ਇੱਕ ਸਕੀਮ ਦੀ ਗੱਲ ਹੈ, ਜੇ ਬਾਕੀ ਤੇ ਡਿਸਕਸ ਕਰਾਂਗੇ ਤਾਂ ਹੋਰ ਵੀ ਬਥੇਰੀਆਂ ਨੇ, ਪਰ ਇਸ ਤਰੀਕੇ ਨਾਲ ਇਹਦਾ ਸਿੱਧਾ ਸੰਬੰਧ ਪੰਜਾਬ ਦੇ ਖਜ਼ਾਨੇ ਨਾਲ ਹੈ, ਇਹਦਾ ਸਿੱਧਾ ਸੰਬੰਧ ਪੰਜਾਬ ਦੇ ਲੋਕਾਂ ਦੇ ਰੁਜ਼ਗਾਰ ਨਾਲ ਹੈ, ਇਹਦਾ ਸਿੱਧਾ ਸੰਬੰਧ ਸਿਹਤ ਨਾਲ ਹੈ, ਇਹਦਾ ਸਿੱਧਾ ਸੰਬੰਧ ਵਾਤਾਵਰਨ ਨਾਲ ਹੈ, ਇਹਦਾ ਸਿੱਧਾ ਸੰਬੰਧ ਟੋਟਲ ਜਿਹੜੇ ਮੇਜਰ ਗੱਲਾਂ ਨੇ ਉਹਦੇ ਨਾਲ ਹੈ। ਔਰ ਇਸ ਤੇ ਫੋਕਸ ਪੰਜਾਬ ਦਾ
ਹੈ ਨਹੀਂ ਹੈ ਔਰ ਇਧਰ ਫੋਕਸ ਲਿਆਏ ਬਿਨਾ ਕੋਈ ਚਾਰਾ ਨਹੀਂ ਹੈ ਮੈਨੂੰ ਲੱਗਦਾ। ਜੋ ਤੁਸੀਂ ਗੱਲਾਂ ਦੱਸੀਆਂ ਇਸ ਵਾਸਤੇ ਸ਼ਾਇਦ ਦਿੱਲੀ ਬਹੁਤ ਦੂਰ ਹੈ, ਪਰ ਆਪਾਂ ਜੇ ਅੱਜ ਦੀ ਪ੍ਰੈਕਟੀਕਲ ਗੱਲ ਕਰਨੀ ਆ ਤਾਂ ਮੇਰਾ ਸਵਾਲ ਸੀ ਮੁਫਤ ਉੱਤੇ। ਤੁਸੀਂ ਲੋਕਾਂ ਨੂੰ ਤਦਕ ਨਾ ਦੱਸ ਦਿਓ ਜਿਹੜੀ ਮੁਫਤ ਦੀ ਚੀਜ਼ਾਂ ਤੁਸੀਂ ਲੈਣੀਆਂ ਨੇ ਜਾਂ ਸਿਆਸੀ ਪਾਰਟੀਆਂ ਵੰਡ ਰਹੀਆਂ ਨੇ, ਇਹ ਤੁਹਾਡੀ ਜੇਬ 'ਚ ਪੈਸਾ ਜਾਣਾ। ਤੁਸੀਂ 1% ਟੈਕਸ ਦੀ ਵਧਾ ਦਿੱਤੀ ਹੈ, ਤਦਕ ਨਾ ਦੱਸ ਦਿਓ ਵੀ ਤੁਹਾਡੀ ਜੇਬ 'ਚ ਪੈਸਾ ਜਾਣਾ ਹੈ। ਇਹ ਕਿਸੇ ਨੇ ਪੁੱਛਣਾ ਨਹੀਂ ਹੋ, ਕੱਲ ਨੂੰ ਸਿਆਸੀ ਪਾਰਟੀਆਂ ਨਹੀਂ ਕਹਿ ਦੇਣਾ ਜੇ ਅੱਜ ਖਜ਼ਾਨਾ ਖਾਲੀ ਨਹੀਂ ਫਿਰ ਵਾਅਦੇ ਕਿੱਥੋਂ ਕਰਦੇ ਨੇ, ਉਹ ਕਰਜ਼ਾ ਕਿਉਂ ਨਹੀਂ ਸਿਰ 'ਚੋਂ ਲਾਇਆ। ਜੇ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ, ਫਿਰ ਕਰਜ਼ਾ ਸਿਰ 'ਚੋਂ ਲਾ ਲੈਣ। ਇਹ ਤਦਕ ਨਾ ਦੱਸ ਦਿਓ ਤੁਹਾਡੀ ਜੇਬ 'ਚ ਹੀ ਪੈਸਾ ਜਾਣਾ। ਨਹੀਂ, ਮੈਂ ਇਸ ਬਿਰਤਾਂਤ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਉਹਦੇ ਨਾਲ ਇੱਕ ਅਲੱਗ ਤਰ੍ਹਾਂ ਮੈਂ ਇਹ ਗੱਲ ਕਰਦਾ ਤਾਂ, ਕਿਉਂਕਿ ਇਹ ਵੀ ਦਿੱਲੀ ਦੂਰ ਵਾਲੀ ਗੱਲ ਨਹੀਂ ਹੈ। ਸਾਡੇ ਕੋਲ ਬਣਿਆ ਹੋਇਆ ਫੰਡਾਮੈਂਟਲ ਰਾਈਟ ਵਾਲਾ ਕਾਨੂੰਨ ਅਸੀਂ ਲਾਗੂ ਨਹੀਂ ਕਰਾ ਸਕਦੇ ਤਾਂ ਹੋਰ ਕੀ ਕਰਾਉਣਾ ਹੈ। ਇਹ ਤੋਂ ਬਾਅਦ ਤਾਂ ਕੋਈ ਕਾਨੂੰਨ ਨਹੀਂ ਹੋਣਾ। ਇਹ ਬੁਨਿਆਦੀ ਅਧਿਕਾਰ ਹੈ। ਬੁਨਿਆਦੀ ਅਧਿਕਾਰ ਤੇ ਸਕੀਮ 'ਚ ਫਰਕ ਹੁੰਦਾ ਹੈ। ਇੰਪਲੀਮੈਂਟ ਨਹੀਂ ਹੋਦੇ ਨਾ ਪਿੰਡਾਂ 'ਚ। ਕਿਉਂ ਨਹੀਂ ਹੋ ਰਿਹਾ? ਕੁਐਸਚਨ ਨਹੀਂ ਇਹ ਸਵਾਲ ਹੋਣਾ ਚਾਹੀਦਾ ਪੋਲੀਟੀਸ਼ੀਅਨ ਨੂੰ, ਇਹ ਸਵਾਲ ਹੋਣਾ ਚਾਹੀਦਾ ਬਿਊਰੋਕਰੇਟ ਨੂੰ। ਮੈਂ ਇਹੀ ਕਹਿਣਾ ਜਿਹੜੀ ਵੀ ਪਾਰਟੀ ਆਉਂਦੀ ਹੈ ਉਹ ਤੇ ਸਵਾਲ ਕਰੋ। ਸਵਾਲ ਇਹ ਕਰੋ ਕਿ ਜਦ ਤੁਸੀਂ ਬੁਨਿਆਦੀ ਹੱਕ ਜਿਹੜਾ ਸੰਵਿਧਾਨ ਨੇ ਦਿੱਤਾ ਉਹ ਲਾਗੂ ਨਹੀਂ ਕਰਦੇ, ਤੁਸੀਂ ਬਾਕੀ ਕਿਵੇਂ ਲਾਗੂ ਕਰ ਦੋਗੇ? ਫਰਾਡ ਕਰਦੇ ਹੋ ਤੇ ਫਰਾਡ ਕਰੋਗੇ, ਨੰਬਰ 1। ਨੰਬਰ 2, ਦੂਜੀ ਗੱਲ ਮੈਂ ਇਹ ਚਾਹੁੰਦਾ ਕਿ ਇਹ ਹੱਕ ਹੈ ਬੰਦੇ ਦਾ। ਜੇ ਮੈਂ ਭੁੱਖਾ ਮਰਦਾ ਇਸ ਦੇਸ਼ ਦੇ ਵਿੱਚ, ਮੈਨੂੰ ਫ੍ਰੀ ਰਾਸ਼ਨ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ। ਇਹ ਮੇਰਾ ਰਾਈਟ ਹੈ ਫੰਡਾਮੈਂਟਲ। ਇਹ ਖੈਰਾਤ ਨਹੀਂ ਹੈ ਜਿਹਨੂੰ ਖੈਰਾਤ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ। ਔਰ ਜੇ ਮੇਰੇ ਘਰ ਬਿਜਲੀ ਦਾ ਮੀਟਰ ਨਹੀਂ ਲੱਗਿਆ ਤੇ ਮੇਰੇ ਕੋਲ ਲਾਈਟ ਨਹੀਂ ਹੈ, ਮੇਰੇ ਕੋਲ ਪੈਸਾ ਨਹੀਂ ਹੈ, ਇਹ ਤੁਹਾਡੀ ਅਣਗਹਿਲੀ ਹੈ ਕਿ ਮੈਨੂੰ ਰੁਜ਼ਗਾਰ ਨਹੀਂ ਦੇ ਰਹੇ ਤੁਸੀਂ। ਇਸ ਲਈ ਰਾਈਟ ਦੇ ਤੌਰ ਤੇ ਜਾਂ ਤਾਂ ਫੰਡਾਮੈਂਟਲ ਏਮ ਰੁਜ਼ਗਾਰ ਦਿਓ, ਤੇ ਜੇ ਨਹੀਂ ਰੁਜ਼ਗਾਰ ਦੇ ਸਕਦੇ ਤਾਂ ਬੇਰੁਜ਼ਗਾਰੀ ਭੱਤਾ ਜ਼ਿੰਦਗੀ ਜਿਉਣ ਜੋਗਾ ਦਿਓ, ਫਿਰ ਸਾਰੀ ਫ੍ਰੀ ਖਤਮ ਕਰ ਦਿਓ। ਦੂਜੀ ਗੱਲ, ਜਿਹੜੀ ਬਿਜਲੀ ਦਾ ਕੁਐਸਚਨ ਹੈ ਫ੍ਰੀ ਦਾ ਸਾਰੇ ਕੁਛ, ਇਹ ਕ੍ਰਾਸ ਸਬਸਿਡਾਈਜ਼ ਹੋਣਾ ਚਾਹੀਦਾ। ਜਿਵੇਂ ਪਹਿਲਾਂ ਹੀ ਬਿਜਲੀ ਲਾ ਦੇ ਤਹਿਤ ਸੀ। ਕ੍ਰਾਸ ਸਬਸਿਡੀ ਦਾ ਮਤਲਬ ਇਹ ਹੈ ਕਿ ਜਿਹੜਾ ਗਰੀਬ ਬੰਦਾ ਹੈ, ਘਰ ਗਰੀਬ ਹੈ ਤੇ ਬਾਕੀ ਹੈ, ਉਹਨੂੰ ਯੂਨਿਟ ਪੈਸੇ ਘੱਟ ਲੱਗਣਗੇ। ਜਿਹੜਾ ਕਮਰਸ਼ੀਅਲ ਰੇਟ ਹੈ, ਜਿਹੜਾ ਉਦਯੋਗਿਕ ਰੇਟ ਹੈ, ਜਿਹੜਾ ਕਾਰਪੋਰੇਟ ਹੈ, ਉਹਨੂੰ ਪੈਸੇ ਵੱਧ ਲੱਗਣਗੇ ਤੇ ਉਹਦੇ ਚੋਂ ਮੁਨਾਫਾ ਉਹ ਇਹਨੂੰ ਘਾਟਾ ਪਾ ਕੇ ਵੀ ਦਿੱਤਾ ਜਾਊਗਾ ਤਾਂ ਸਭ ਦੇ ਘਰਾਂ ਇੱਕ ਸਿਸਟਮ ਚੱਲਦਾ ਰਹੇ। ਹੁਣ ਤੁਸੀਂ ਕਾਨੂੰਨ 2003 'ਚ ਇਹ ਬਣਾਤਾ ਕਿ ਉਹ ਜਿਹੜੀ ਕ੍ਰਾਸ ਸਬਸਿਡੀ ਆ ਉਹ ਘਟਾਓ। ਹੁਣ ਤੁਸੀਂ 2020 ਦਾ ਕਾਨੂੰਨ ਲਿਆ ਰਹੇ ਹੋ ਵੀ ਉਹ ਖਤਮ ਕਰੋ ਕ੍ਰਾਸ ਸਬਸਿਡੀ, ਸਭ ਨੂੰ ਪੂਰਾ ਦੇਣਾ ਪਏਗਾ। ਪਾਲਿਸੀ ਲੋਕਾਂ ਦੇ ਖਿਲਾਫ ਵਰਤ ਰਹੇ ਹੋ ਤੁਸੀਂ। ਉਹਨਾਂ ਪਾਲਿਸੀਜ਼ ਤੇ ਸਵਾਲ ਪੁੱਛਣ ਦਾ ਕੁਐਸਚਨ ਹੈ, ਕੱਲੀ ਖੈਰਾਤ ਦਾ ਸਵਾਲ ਨਹੀਂ ਹੈ। ਇਹ ਉਹਨਾਂ ਦੇ ਹੱਕ ਦਾ ਸਵਾਲ ਹੈ ਫੰਡਾਮੈਂਟਲੀ। ਜੇ ਕਿਸੇ ਬੰਦੇ ਨੂੰ ਜਿਹੜੀ ਸੁਵਿਧਾ ਚਾਹੀਦੀ ਹੈ ਜ਼ਿੰਦਗੀ ਜਿਉਣ ਵਾਸਤੇ, ਸ਼ੁੱਧ ਹਵਾ ਚਾਹੀਦੀ ਹੈ, ਸ਼ੁੱਧ ਪਾਣੀ ਚਾਹੀਦਾ, ਬੱਚੇ ਨੂੰ ਐਜੂਕੇਸ਼ਨ ਚਾਹੀਦੀ ਹੈ, ਤੇ ਉਹਨੂੰ ਸਾਰੀਆਂ ਗੱਲਾਂ ਦੇ ਵਿੱਚ ਕੁਝ ਚੀਜ਼ਾਂ ਸਸਤੀਆਂ ਚਾਹੀਦੀਆਂ ਨੇ। ਸਾਰਾ ਇੱਕੋ ਜਿਹਾ ਸਮਾਜ ਨਹੀਂ ਹੁੰਦਾ। ਇਹ ਮਿਡਲ ਕਲਾਸ ਦਾ ਲੌਜਿਕ ਹੈ ਇੱਕ ਟਾਈਪ ਦਾ, ਉਸ ਲੈਵਲ ਦਾ। ਔਰ ਜਿਹੜੇ ਬੰਦੇ ਕੋਲ ਜ਼ਿਆਦਾ ਉੱਤੇ ਵੱਧ ਟੈਕਸ ਲਾਓ, ਉਦੋਂ ਜ਼ਿਆਦਾ ਵਸੂਲ ਕਰੋ। ਟੈਕਸ ਗਵਰਨਮੈਂਟ ਵਸੂਲੇ, ਜ਼ਿਆਦਾ ਲਾਵੇ। ਤੇ ਉਸ ਤੋਂ ਬਾਅਦ ਸਾਡੇ ਪ੍ਰੋਬਲਮ ਕੀ ਹੈ? ਪ੍ਰੋਬਲਮ ਇੱਕ ਹੈ ਕਿ ਅਸੀਂ ਹਰ ਸੁਵਿਧਾ ਅਮੀਰ ਨੂੰ ਵੀ ਦੇਣਾ ਚਾਹੁੰਦੇ ਹਾਂ। ਮੰਨ ਲਓ ਫ੍ਰੀ ਬਿਜਲੀ ਕਿਸਾਨੀ ਦੀ ਹੈ, ਬਾਦਲ ਵੀ ਲੈ ਰਹੇ ਹੈ, ਅਮਰਿੰਦਰ ਵੀ ਲੈ ਰਹੇ ਹੈ, ਸਾਰੇ ਲੋਕ ਲੈ ਰਹੇ ਨੇ। ਤੁਸੀਂ ਕਿਉਂ ਭਾਈ? ਤੁਹਾਡੇ ਤਾਂ ਹੋਰ ਵੀ ਕਿੱਤੇ ਬਹੁਤ ਨੇ। ਜਿਹੜਿਆਂ ਦੇ ਹੋਰ ਕਿੱਤੇ ਹੈਗੇ ਨੇ ਉਹਨਾਂ ਤੋਂ ਬਿੱਲ ਕਿਉਂ ਨਹੀਂ ਵਸੂਲਦੇ ਤੁਸੀਂ? ਉਹਨਾਂ ਤੋਂ ਬਿੱਲ ਵਸੂਲੋ। ਤੇ ਇਸੇ ਤਰ੍ਹਾਂ ਹੁਣ ਕਹਿਤਾ ਜੀ ਮੈਂ 300 ਯੂਨਿਟ, ਮੈਂ 400 ਯੂਨਿਟ ਹਰ ਇੱਕ ਨੂੰ ਫ੍ਰੀ ਦਊਂਗਾ। ਤੂੰ ਵੱਡੇ ਨੂੰ ਵੀ ਦੇਂਗਾ, ਛੋਟੇ ਨੂੰ ਵੀ ਦੇਂਗਾ, ਕਿਉਂ ਦੇਂਗਾ? ਜਿਹਦੇ ਕੋਲ ਕੋਈ ਨਹੀਂ ਆ ਉਹਨੂੰ ਦੇ ਦਿਓ ਨਾ। ਬਾਕੀ ਤੋਂ ਸਗੋਂ ਉਦੋਂ ਦੁੱਗਣਾ ਲਓ। ਬਾਕੀ ਤੋਂ ਕਹੋ ਕਿ ਭਾਈ ਇੰਨੇ ਪੈਸੇ ਤੈਨੂੰ ਦੇਣੇ ਪੈਣਗੇ, ਕਿਉਂਕਿ ਸਮਾਜ 'ਚ ਕੋਈ ਇਨਸਾਫ ਦੀ ਵੀ ਗੱਲ ਹੁੰਦੀ ਹੈ। ਤੇ ਇਸ ਲਈ ਪਾਲਿਸੀ ਦਾ ਕੁਐਸਚਨ, ਇੱਕ ਜਿਹੜੀ ਫ੍ਰੀ ਹੈਂਡ ਦਾ ਸਿਸਟਮ ਹੈ ਨਾ, ਟੋਟਲੀ ਸਭ ਨੂੰ ਦੇ ਦਿਓ, ਇਹ ਸਭ ਤੋਂ ਖਤਰਨਾਕ ਹੈ। ਤੁਸੀਂ ਕਹਿੰਦੇ ਵੀ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਕੀਤਾ ਕਿ ਆਮ ਲੋਕਾਂ ਵਾਸਤੇ ਬਿਜਲੀ ਫ੍ਰੀ ਹੋਈ ਹੈ? ਇਹ ਵੀ ਉਹਨੇ ਫੈਕਟਰੀ ਵੀ ਤਾਂ ਹੈਗੀਆਂ ਨਾ, ਜੇ ਬਿਜਲੀ ਫ੍ਰੀ ਮਿਲਦੀ ਪਈ ਹੈ। ਸਾਰੇ ਫੈਕਟਰੀਆਂ ਜਿਹੜੇ 5 ਰੁਪਏ ਯੂਨਿਟ ਹੈ, ਇਹੀ ਆਲੂ ਵਾਲੀਆ ਕਮੇਟੀ ਵੀ ਕਹਿੰਦੀ ਹੈ ਵੀ ਉਹਨੂੰ ਤਾਂ ਸਗੋਂ ਜ਼ਿਆਦਾ ਦਿਓ, ਉਦਯੋਗ ਨੂੰ ਤਾਂ ਹੋਰ ਫ੍ਰੀ ਦੇ ਦਿਓ, ਬਿਲਕੁਲ ਫ੍ਰੀ ਦੇ ਦਿਓ। ਕਿਉਂ? ਉਹੀ ਤਾਂ ਸਵਾਲ ਹੈ, ਕਿਉਂ? ਇਹੀ ਉਲਟਾ ਪਾਲਿਸੀ ਦਾ ਸਵਾਲ ਹੈ। ਜਿਹੜੇ ਸਭ ਤੋਂ ਜਿੱਤੇ ਇਲੈਕਸ਼ਨ ਲੜੀ ਜਾਣੀ ਚਾਹੀਦੀ, ਇਹ ਕੁਐਸਚਨ ਰੇਜ ਹੋਣਾ ਚਾਹੀਦਾ ਹੈ ਕਿ ਜਿਹੜਾ ਜਿੰਨਾ ਅਮੀਰ ਹੈ ਉਹਨੂੰ ਜ਼ਿਆਦਾ ਛੂਟ ਉਨੀ ਹੋ। ਇਹ ਕਿਉਂ ਹੈ? ਇਹ ਤੰਤਰ ਕਿਉਂ ਹੈ? ਇਹਨੂੰ ਬੰਦ ਕਰੋ। ਤੁਸੀਂ ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹ ਤੋਂ, ਅਸੀਂ ਰਿਕਸ਼ੇ ਵਾਲੇ ਨਾਲ 10 ਰੁਪਏ ਪਿੱਛੇ ਲੜਦੇ ਰਹੇ ਨੇ ਰੋਜ਼, ਤੇ ਸ਼ਰਾਬ ਦੀ ਬੋਤਲ ਜਿੰਨੀ ਮਰਜ਼ੀ ਮਹਿੰਗੀ ਆਵੇ ਉਹਦੇ ਨਾਲ ਕਦੇ 1 ਰੁਪਈਏ ਦਾ ਕਿਸੇ ਨੇ ਕੀਤਾ ਵੀ ਤੂੰ 1 ਰੁਪਿਆ ਘੱਟ ਲੈ ਲੈ ਜਾਂ 1 ਰੁਪਿਆ ਵੱਧ ਲੈ ਲੈ, ਕਿਉਂਕਿ ਉਹਨੇ ਵੀ ਕਿਹਾ ਭਾਈ ਇਹ ਤਾਂ ਇੰਨੇ ਦੀ ਮਿਲੂਗੀ ਤਾਂ ਲਿਖੀਏ ਲੈਣੀ ਆ ਲੈ, ਨਹੀਂ ਤਾਂ ਨਾ ਲੈ। ਤੇ ਉਹ ਵਿਚਾਰਾ ਗਰੀਬ ਆਦਮੀ ਨਾਲ ਮੈਂ ਇਸੇ ਤਰ੍ਹਾਂ ਸਾਡਾ ਜਿਹੜਾ ਟੋਟਲ ਵਰਤਾਂਤ ਹੈ, ਫੋਕਸ ਗਰੀਬੀ ਔਰ ਫ੍ਰੀ ਜਾਂ ਨਾ ਫ੍ਰੀ ਦਾ ਵੀ ਕਈ ਵਾਰ ਉਹ ਗਰੀਬਾਂ ਦੇ ਖਿਲਾਫ ਭੁਗਤ ਜਾਂਦਾ। ਉਹਨੂੰ ਇਸ ਐਂਗਲ ਤੋਂ ਗੱਲ ਕਰਨ ਦੀ ਲੋੜ ਹੈ ਕਿ ਜਿਹੜੇ ਬੰਦੇ ਵੀ ਇੱਕ ਖਾਸ ਇਕਨੋਮੀ ਵਾਲੇ ਨੇ, ਇੱਕ ਖਾਸ ਇਕਨੋਮੀ ਤੋਂ ਉੱਪਰ ਨੇ, ਲੌਜੀਕਲੀ ਇਨਸਾਫ ਪਸੰਦ ਤਰੀਕੇ ਨਾਲ ਉਹਨਾਂ ਤੇ ਵੱਧ ਟੈਕਸ ਲੱਗਣੇ ਚਾਹੀਦੇ ਨੇ ਤੇ ਵੱਧ ਟੈਕਸ ਲੱਗ ਕੇ ਸਰਕਾਰੀ ਖਜ਼ਾਨਾ ਭਰਨਾ ਚਾਹੀਦਾ। ਜਿਹੜਾ ਵਰਗ ਸਰਕਾਰ ਨੂੰ ਉਦੋਂ ਬਾਅਦ ਇਹ ਜਚੇ ਕਿ ਆਹ ਵਰਗ ਨੂੰ ਇਹਦੀ ਲੋੜ ਹੈ, ਉਸ ਵਰਗ ਦੀ ਉਨੀ ਕੁ ਮਦਦ ਕਰਨੀ ਚਾਹੀਦੀ ਹੈ। ਮਤਲਬ ਉਹਦਾ ਇੱਕ ਇਨਸਾਫ ਪਸੰਦ ਫਾਰਮੂਲਾ ਹੋਣਾ ਚਾਹੀਦਾ। ਤੇ ਸਾਡੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਹਮੀਦ ਸਿੰਘ, ਸੀਨੀਅਰ ਪੱਤਰਕਾਰ ਨੇ। ਸਵਾਲ ਸੀ ਮੁਫਤ ਨੂੰ ਲੈ ਕੇ, ਸਵਾਲ ਸੀ ਟੈਕਸ ਨੂੰ ਲੈ ਕੇ। ਜੋ ਤੁਸੀਂ ਟੈਕਸ ਦਿੰਦੇ ਹੋ, ਸਿਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਚੀਜ਼ ਇਸਤੇਮਾਲ ਕਰਨੀ ਹੋ ਤੁਹਾਨੂੰ ਉਸ ਦਾ ਟੈਕਸ ਦੇਣਾ ਪੈਂਦਾ। ਤਦ ਤੱਕ ਨਾਲ ਗੱਲ ਸੁਣੀ ਹੈ। ਬਹੁਤ ਇਹੋ ਜਿਹੀਆਂ ਪੰਜਾਬ ਸਰਕਾਰ ਕੋਲੋਂ
ਹੋਰ ਵੀ ਤਰੀਕਾ ਹੈਗਾ ਕਿ ਕਿਸ ਤਰੀਕੇ ਨਾਲ ਟੈਕਸ ਇਕੱਠਾ ਕਰਕੇ ਲੋਕਾਂ ਨੂੰ ਦੇਣਾ ਹੈ। ਜਦੋਂ ਮੁਫਤ ਦੀ ਗੱਲ ਆਉਂਦੀ ਹੈ ਜਾਂ ਮੁਫਤ ਦਾ ਲਾਲਚ ਦਿੱਤਾ ਜਾਂਦਾ ਹੈ, ਉਹ ਪੈਸਾ ਤੁਹਾਡੀ ਜੇਬ 'ਚ ਹੀ ਜਾਣਾ ਹੈ। ਪੰਜਾਬ ਪਹਿਲਾਂ ਹੀ 20,000 ਕਰੋੜ ਰੁਪਈਆ ਤਾਂ ਵਿਆਜ ਦੇ ਰਿਹਾ। ਦੂਸਰੇ ਪਾਸੇ ਜੇ ਇਹਨਾਂ ਕੋਲ ਜੇ ਕਹਿੰਦੇ ਨੇ ਬਾਰ-ਬਾਰ ਆ ਕੇ ਵੀ ਮੁਫਤ ਵਿੱਚ ਦੇਵਾਂਗੇ ਤਾਂ ਫਿਰ ਖਜ਼ਾਨਾ ਖਾਲੀ ਕਿਉਂ ਹੋ ਜਾਂਦਾ? ਫਿਰ ਖਜ਼ਾਨੇ ਵਿੱਚ ਪੈਸੇ ਕਿੱਥੇ ਗਏ? ਜਿਹਨਾਂ ਕੋਲ ਪੈਸੇ ਨਹੀਂ ਹੈਗੇ ਤਾਂ ਫਿਰ ਮੁਫਤ ਕਿਉਂ? ਜੇ ਮੁਫਤ ਦੇਣਾ ਫਿਰ ਖਜ਼ਾਨੇ ਖਾਲੀ ਕਹਿੰਦੇ ਨੇ ਤਾਂ ਫਿਰ ਤੁਸੀਂ ਕਰਜ਼ਾ ਕਿਉਂ ਨਹੀਂ ਲਾਉਂਦੇ? ਤੇ ਦੋ ਚੀਜ਼ਾਂ ਚੱਲਦੀਆਂ ਪਈਆਂ ਨੇ, ਮੁਫਤ ਵੀ ਚੱਲ ਰਿਹਾ, ਪੰਜਾਬ ਸਿਰ ਕਰਜ਼ਾ ਵੀ ਚੜ੍ਹ ਰਿਹਾ। ਫੈਸਲਾ ਤੁਸੀਂ ਕਰਨਾ ਹੈ, ਸਵਾਲ ਤੁਸੀਂ ਕਰਨੇ ਨੇ। 2022 ਵਿੱਚ ਚੋਣਾਂ ਨੇ, ਤੁਸੀਂ ਸਵਾਲ ਕਰੋਗੇ, ਜਿਹਨੂੰ ਵੋਟ ਪਾਓਗੇ ਵੀ ਸਾਡੇ ਲਈ ਕਰਨਾ ਕੀ ਹੈ ਤੇ ਕੀਤਾ ਕੀ ਹੈ, ਤਾਂ ਸ਼ਾਇਦ ਇੱਥੋਂ ਕੋਈ ਮਸਲਾ ਹੱਲ ਹੋ ਸਕਦਾ ਹੈ। ਔਰ ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।